ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣੀ ਹਲਕਾ ਫਲੌਰ ਦੀ ਫੇਰੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੇ ਇੱਕ ਹੋਟਲ ਵਿਖੇ ਗੁਰਿਆਂ ਦੇ ਸਨਅਤਕਾਰਾਂ, ਵਪਾਰੀਆਂ, ਆੜ੍ਹਤੀਆਂ ਅਤੇ ਪੱਤਰਕਾਰਾਂ ਨਾਲ ਇੱਕ ਮਿਲਣੀ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਵਰਗਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਗੁਰਿਆਂ ਜੋ ਕਿ ਪੁਰਾਣੇ ਸਮੇਂ ਤੋਂ ਇੱਕ ਮਸ਼ਹੂਰ ਸਨਅਤੀ ਸ਼ਹਿਰ ਚੱਲਿਆ ਆ ਰਿਹਾ ਹੈ, ਪਰ ਮੌਜੂਦਾ ਸਮੇਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਤਰ੍ਹਾਂ ਹੀ ਆੜ੍ਹਤੀਆਂ, ਵਪਾਰੀਆਂ ਅਤੇ ਪੱਤਰਕਾਰਾਂ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤੇ ਗਏ, ਜਿਨ੍ਹਾਂ ਦੇ ਜਵਾਬ ਸੁਖਬੀਰ ਸਿੰਘ ਬਾਦਲ ਨੇ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ 'ਤੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਪੱਤਰਕਾਰਾਂ ਵੱਲੋਂ ਵਿੱਦਿਆ, ਰੋਜ਼ਗਾਰ, ਨੌਜਵਾਨਾਂ ਦੇ ਵਿਦੇਸ਼ ਪਲਾਨ ਵਰਗੇ ਮੁੱਦਿਆਂ 'ਤੇ ਕੀਤੇ ਗਏ ਸਵਾਲਾਂ ਨੂੰ ਹਾਸੇ ਵਿੱਚ ਟਾਲਦੇ ਨਜ਼ਰ ਆਏ। ਇਸ ਮਿਲਣੀ ਦੌਰਾਨ ਜੋ ਵੱਡੇ ਸਵਾਲ ਸਾਹਮਣੇ ਆਏ, ਉਹਨਾਂ ਵਿੱਚ ਗੁਰਿਆਂ ਵਿਖੇ ਫੋਕਲ ਪੁਆਇੰਟ ਦੀ ਮੰਗ, ਪੰਜਾਬ ਵਿੱਚ ਹੁੰਦੀ ਸਨਅਤਕਾਰਾਂ ਦੀ ਖੱਜਲ ਖੁਆਰੀ, ਮਹਿੰਗੀ ਬਿਜਲੀ, ਸਨਅਤਕਾਰਾਂ ਦੇ ਆਧੁਨਿਕੀਕਰਨ ਵਿੱਚ ਸਰਕਾਰੀ ਸਹਿਯੋਗ ਦੀ ਮੰਗ, RTI ਦੀ ਮੰਗ ਆਦਿ ਸ਼ਾਮਲ ਸਨ। ਦੇਖੋ ਕੀ ਤੇ ਕਿਵੇਂ ਜਵਾਬ ਦਿੱਤੇ ਸੁਖਬੀਰ ਸਿੰਘ ਬਾਦਲ ਨੇ ਗੁਰਿਆਂ ਸ਼ਹਿਰ ਦੀਆਂ ਵੱਖ-ਵੱਖ ਸ਼ਖਸੀਅਤਾਂ ਦੇ ਵੱਲੋਂ ਕੀਤੇ ਗਏ ਸਵਾਲਾਂ ਦੇ। ਜਿਨ੍ਹਾਂ ਵਿੱਚ ਮੇਨ ਕਾਰਨ ਜਿਹੜਾ ਹੈਗਾ, ਨਾਲ ਦੀਆਂ ਸਟੇਟਾਂ ਨਾਲੋਂ ਸਾਨੂੰ ਮਾਲ ਮਹਿੰਗਾ ਮਿਲਦਾ ਹੈ, ਸਾਨੂੰ ਬਿਜਲੀ ਮਹਿੰਗੀ ਮਿਲਦੀ ਹੈ, ਸਾਨੂੰ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲਦੀ। ਸਾਨੂੰ ਇੱਥੇ ਤਾਂ ਹੀ ਆ ਕਿ ਹਾਈਵੇ ਤੋਂ ਉਤਰਨ ਵਾਸਤੇ ਵੀ ਸਾਨੂੰ 4 ਕਿਲੋਮੀਟਰ ਪਹਿਲਾਂ 4 ਕਿਲੋਮੀਟਰ ਇੱਧਰ ਬਾਹਰ ਜਾ ਕੇ ਚੜ੍ਹਨਾ ਪੈਂਦਾ ਤੇ ਉਤਰਨਾ ਪੈਂਦਾ ਹੈ। ਸਾਡੇ ਕੋਲ ਵਪਾਰੀ ਜਿਹੜਾ ਆਉਂਦਾ ਆ ਉਹ ਰੋਣ ਲੱਗ ਪੈਂਦਾ, ਰੋਡ ਹਾਕਾ ਹੋ ਜਾਂਦਾ ਹੈ। ਦੂਸਰੀ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ, ਵਪਾਰੀ ਸਾਡੇ ਕੋਲ ਦੂਸਰੀ ਸਟੇਟਾਂ ਤੋਂ ਆਉਂਦੇ ਆ, ਜਿਹਦੇ ਵਿੱਚ ਉਹ ਹਰਿਆਣੇ ਤੋਂ ਵੀ ਆਉਂਦੇ ਆ, UP ਤੋਂ ਵੀ ਆਉਂਦੇ ਆ, ਬਿਹਾਰ ਤੋਂ ਵੀ ਆਉਂਦੇ ਆ। ਜੇ ਥੋੜੇ ਜਿਹੇ ਪੈਸੇ ਵੀ ਲੈ ਕੇ ਆਉਂਦੇ ਨਾ, ਜਦੋਂ ਆ ਕੇ ਸ਼ੰਭੂ ਬਾਰਡਰ ਤੇ ਆਉਂਦੇ ਆ, ਉੱਥੋਂ ਪੁਲਿਸ ਦੇ ਨਾਕੇ ਇੰਨੇ ਲੱਗ ਜਾਂਦੇ ਆ ਕਿ ਉਹ ਤਲਾਸ਼ੀਆਂ ਲੈਣ ਲੱਗ ਪੈਂਦੇ ਆ। ਇੱਥੇ ਤਾਂ ਉਹਦੀ ਜੇਬ ਖਾਲੀ ਹੋ ਜਾਂਦੀ ਆ। ਕਿਸੇ ਵੀ ਸਟੇਟ ਦੇ ਵਿੱਚ ਇੱਦਾਂ ਤਲਾਸ਼ੀਆਂ ਨਹੀਂ ਹੁੰਦੀਆਂ ਹੈਗੀਆਂ। ਅਸੀਂ UP ਵੀ ਘੁੰਮਦੇ ਆ, ਹਰਿਆਣੇ 'ਚ ਵੀ ਘੁੰਮਦੇ ਆ, ਉਸ ਤੋਂ ਇਲਾਵਾ ਬਿਹਾਰ ਦੇ ਵਿੱਚ ਵੀ ਜਾਂਦੇ ਆ। ਇੱਕ ਜਗ੍ਹਾ ਦੇ ਵਿੱਚ ਵੀ ਕੋਈ ਚੈਕਿੰਗ ਨਹੀਂ ਹੁੰਦੀ ਕਾਰ ਦੀ ਜਿੱਥੇ ਉਹਦੀ ਤਲਾਸ਼ੀ ਲਈ ਜਾਵੇ। ਪਰ ਪੰਜਾਬ ਦੇ ਵਿੱਚ ਇੰਟਰ ਹੁੰਦੇ ਹੀ ਤਲਾਸ਼ੀਆਂ ਸ਼ੁਰੂ ਹੁੰਦੀਆਂ ਆ, ਜਿਹੜੀਆਂ ਸਾਡੇ ਟਾਈਮ ਤੇ ਵੀ ਹੁੰਦੀਆਂ ਰਹੀਆਂ। ਕਾਂਗਰਸ ਦੇ ਟਾਈਮ ਤੇ ਇੰਤਹਾ ਹੋ ਗਈ ਆ, ਵਪਾਰੀ ਨੇ ਆਉਣਾ ਬੰਦ ਕਰ ਦਿੱਤਾ ਹੈ, ਸਾਡੀ ਇੰਡਸਟਰੀ ਬਿਲਕੁਲ ਬੰਦ ਹੋ ਗਈ ਆ। ਤਲਾਸ਼ੀਆਂ ਕਿਸ ਵਾਸਤੇ ਦੀਆਂ ਜੀ? ਇਹ ਹੁੰਦੀਆਂ ਹੈ ਕਿ ਜੀ ਗੱਡੀ ਰੋਕੋ, ਅਸੀਂ ਦੇਖਣਾ ਹੈ ਤੁਸੀਂ ਕੀ ਲੈ ਕੇ ਆਏ। ਕੈਸ਼ ਕਿੰਨਾ ਆਇਆ ਜੀ ਕਹਿੰਦੇ ਗੱਡੀ? ਜੇ ਗੱਡੀ ਦੇ ਵਿੱਚ 2 ਸਵਾਰੀਆਂ ਵਪਾਰੀ ਥੋੜਾ ਬਹੁਤਾ ਕੈਸ਼ ਲੈ ਕੇ ਆਉਂਦੇ ਨਾ, 2-3 ਲੱਖ ਰੁਪਏ। ਨਹੀਂ, ਉਹ ਤਾਂ ਨਹੀਂ ਹੋਣਾ ਚਾਹੀਦਾ। ਇਹ ਹੋ ਰਿਹਾ ਹੈ ਜੀ। ਨਹੀਂ ਆਈ ਵਿਦ ਯੂ ਅੱਜ ਨਹੀਂ ਹੋਣਾ ਚਾਹੀਦਾ। ਉਸ ਵੇਲੇ ਸਾਡੀ ਸੁਣਨ ਵਾਲਾ ਕੋਈ ਵੀ ਨਹੀਂ ਹੁੰਦਾ ਹੈਗਾ। ਨਹੀਂ, ਆਈ ਸ਼ੋਰ ਯੂ ਦਿਸ ਇਜ਼ ਰਾਈਟ ਐਂਡ ਯੂ ਕਾਂਟ ਸਟਾਪ। ਜੇ ਕੋਈ ਇਨਫੋਰਮੇਸ਼ਨ ਹੋਏ ਤਾਂ ਤੁਸੀਂ ਕਰ ਲਓ, ਐਂਡ ਰੂਟੀਨ ਤਾਂ ਤੁਸੀਂ ਡੋਂਟ ਵਰੀ ਔਨ ਦਿਸ ਫਰੰਟ। ਬਾਦਲ ਸਾਹਿਬ, ਅਕਸਰ ਅਸੀਂ ਜਦ ਟੂਰ ਤੋਂ ਆਉਂਦੇ ਆ, ਸਾਨੂੰ ਆਉਣ ਵੇਲੇ 9 ਵੱਜ ਜਾਂਦੇ ਆ, 9:30 10 ਵੀ ਵੱਜ ਜਾਂਦੇ ਰਾਤ ਨੂੰ। ਸ਼ੰਭੂ ਵੈਰੀਅਰ ਤੋਂ ਲੈ ਕੇ ਇੱਥੇ ਦੇ 4 ਵਾਰੀ 5 ਵਾਰੀ ਕਾਰ ਰੋਕੀ ਜਾਂਦੀ ਆ। ਸ਼ੰਭੂ ਵੈਰੀਅਰ ਤੇ ਪਹਿਲਾਂ ਰੋਕੀ ਜਾਂਦੀ ਹੈ ਜੀ, ਇੱਕ ਪਾਸੇ ਲਾਓ ਦੇਖਣੀ ਆ। ਉਸ ਤੋਂ ਬਾਅਦ ਅੱਗੇ ਆਓ, ਪਟਿਆਲਾ ਲੰਘਦੇ ਆ ਖੰਨੇ ਦੇ ਲਾਗੇ ਫਿਰ ਉਹ ਕਹਿੰਦੇ ਇੱਧਰ ਆ ਕੇ ਖੜੇ ਹੋ ਜਾਓ। ਜਾਂ ਤਾਂ ਸਾਨੂੰ ਐਂਟਰੀ ਦੇ ਉੱਤੇ ਇੱਕ ਇੱਦਾਂ ਦਾ ਕੋਈ ਪਾਸ ਦੇ ਦਿੱਤਾ ਜਾਵੇ, ਅਸੀਂ ਦਿਖਾ ਦਈਏ ਦੂਰੋਂ ਕਿ ਸਾਨੂੰ ਪਾਸ ਮਿਲ ਗਿਆ, ਸਾਡੀ ਗੱਡੀ ਠੀਕ ਹੈ, ਸਾਨੂੰ ਹੁਣ ਘਰ ਜਾਣ ਦਿਓ। ਜੇ ਸਾਡੇ ਕੋਲ ਥੋੜੇ ਬਹੁਤ ਪੈਸੇ ਹੋਣ ਤੇ ਜੇ ਸਾਨੂੰ ਨਹੀਂ ਫੜ ਕੇ ਵੀ ਕਿਸੇ ਨੇ ਕੁੱਟਣਾ, ਤਾਂ ਵੀ ਉਹਨੇ ਕੁੱਟਣ ਲੱਗ ਪੈਣਾ ਕਿ ਪੈਸੇ ਤੁਸੀਂ ਕਿੱਥੋਂ ਲੈ ਆਏ ਆ। ਵਪਾਰੀ ਕਿੱਦਾਂ ਆਊਗਾ? ਵਪਾਰੀ ਨੂੰ ਆਉਣ ਵਾਸਤੇ ਰਸਤੇ ਖੋਲੋ ਤਾਂ ਵਪਾਰੀ ਪੰਜਾਬ ਦੇ ਵਿੱਚ ਆਏਗਾ, ਨਹੀਂ ਤਾਂ ਨਹੀਂ ਆ ਸਕਦਾ। ਠੀਕ ਹੈ, ਆਈ ਐਗਰੀ ਵਿਦ ਯੂ। ਯਾਰ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ, ਆ ਨਹੀਂ ਹੋਣਾ ਚਾਹੀਦਾ ਕਿਸੇ ਹਾਲ 'ਚ। ਦੂਸਰੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਆ, ਗੁਰਿਆਂ ਦੇ ਵਿੱਚ ਅਸੀਂ ਜੇ ਇੰਟਰ ਕਰਨਾ ਆ, ਅੱਜ ਤੁਸੀਂ ਵੀ ਆਏ ਆ, ਜੀ ਆਇਆਂ ਨੂੰ ਤੁਹਾਨੂੰ ਆਖਦੇ ਆ। ਤੁਸੀਂ ਕਿੰਨੀ ਦੂਰ ਤੋਂ ਆ ਕੇ ਐਂਟਰੀ ਕੀਤੀ ਆ ਗੁਰਿਆਂ ਦੇ ਵਿੱਚ? ਇੱਧਰ ਵੀ 4 ਕਿਲੋਮੀਟਰ ਦੂਰ ਤੋਂ ਹੀ ਆ ਸਕਦੇ ਆ, ਇੱਧਰ ਵੀ 4 ਕਿਲੋਮੀਟਰ ਦੂਰ ਤੋਂ ਇੰਟਰ ਕਰ ਸਕਦੇ ਆ। So you need a slip road from the highway. हाँ जी, 4 किलोमीटर दूर तो आ जी। नहीं, we can do it. ਅਸੀਂ ਸਾਡੀ ਕੰਪਿਊਟਰ ਮਾਰਕੀਟ ਜਿਹੜੀ ਹੈਗੀ ਆ, ਉਹ ਸਮਾਲਖੇ ਦੀ ਮਾਰਕੀਟ ਹੈ। ਸਮਾਲਖੇ ਟੋਕਾ ਮਸ਼ੀਨਾਂ ਬਣਦੀਆਂ ਹੈ। ਉਹਨਾਂ ਨੇ ਆਪਣੇ ਸਲਿਪ ਰੋਡ ਜਿਹੜੇ ਬਣਾਏ ਆ, ਸ਼ਹਿਰ ਦੇ ਅੰਦਰੋਂ ਬਣਵਾਏ ਆ। ਉੱਥੇ ਉੱਤਰ ਕੇ 1 ਮਿੰਟ ਦੇ ਵਿੱਚ ਆਦਮੀ ਆਪਣੀ ਫੈਕਟਰੀ ਦੇ ਪਹੁੰਚ ਜਾਂਦਾ। ਉਹਨੂੰ ਕੋਈ
ਲੁੱਟਣ ਦਾ ਵੀ ਚਾਂਸ ਨਹੀਂ ਹੈ ਉਹਨੂੰ ਹੋਰ ਵੀ ਕੋਈ ਚਾਂਸ ਨਹੀਂ ਹੈ 4 ਕਿਲੋਮੀਟਰ ਦੂਰ ਅਸੀਂ ਅਗਰ ਸਲਿਪ ਰੋਡ ਤੇ ਉਤਰਦੇ ਰਸਤੇ ਤੇ 50 ਪ੍ਰੋਬਲਮਸ ਨੇ Yeah, this also, I think not a difficult problem. ਦੂਸਰੀ ਸਾਰਿਆਂ ਨਾਲੋਂ ਵੱਡੀ ਬਸ ਸਰ ਪ੍ਰੋਬਲਮ ਇਹ ਹੈਗੀ ਆ ਕਿ ਸਾਡੇ ਸ਼ਹਿਰ ਦੇ ਵਿੱਚ 70 ਸਾਲ ਦੀ ਇੰਡਸਟਰੀ ਹੋਣ ਦੇ ਬਾਵਜੂਦ ਅੱਜ ਤੱਕ ਇੰਡਸਟਰੀਅਲ ਸਟੇਟ ਕੋਈ ਨਹੀਂ ਬਣਾਈ ਜਾ ਸਕੀ ਕੋਈ ਇੰਡਸਟਰੀਅਲ ਸਟੇਟ ਨਹੀਂ ਹੈਗੀ ਉਹਦੇ ਵਿੱਚ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਉਸ ਵੇਲੇ ਆਉਂਦੀ ਹੈ ਜਿਸ ਵੇਲੇ ਪੋਲੂਸ਼ਨ ਡਿਪਾਰਟਮੈਂਟ ਕੋਲ ਅਸੀਂ ਜਾਂਦੇ ਆ ਆਪਣੀ ਐਨਓਸੀ ਲੈਣ ਵਾਸਤੇ ਕਿ ਸਾਨੂੰ ਦਿਓ ਤੇ ਉਹ ਕਹਿੰਦੇ ਜੀ ਟਾਊਨ ਪਲੈਨਰ ਕੋ ਜਾਓ ਪਹਿਲਾਂ ਉੱਥੋਂ ਐਨਓਸੀ ਲੈ ਕੇ ਆਓ ਫਿਰ ਅਸੀਂ ਸਾਨੂੰ ਐਨਓਸੀ ਦੇਵਾਂਗੇ ਤੇ ਕਿਉਂ ਅਸੀਂ ਬਹੁਤ ਵਾਰੀ ਰਿਕੁਐਸਟ ਇਸ ਬਾਰੇ ਕਰ ਚੁੱਕੇ ਆ ਕਿ ਇੰਡਸਟਰੀਅਲ ਜ਼ੋਨ ਇੰਡਸਟਰੀਅਲ ਏਰੀਆ ਕੁਛ ਤਾਂ ਬਣਾ ਦਿਓ ਕਿਰਾਇਆ ਨੂੰ ਤਾਂ ਕਿ ਇੰਡਸਟਰੀ ਬਣੀ ਰਹੇ What we can do is as in where basis ਤੇ ਜੀ। declare ਕਰ ਦਾਂਗੇ ਜਿੱਥੇ ਇੰਡਸਟਰੀ ਜਿਵੇਂ ਲੱਗੀ ਹੈ ਜੀ ਉਹਨੂੰ ਆਟੋਮੈਟਿਕਲੀ ਉਸ ਏਰੀਆ ਨੂੰ ਡਿਕਲੇਅਰ ਕਰਕੇ we can do that. ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇੰਡਸਟਰੀ ਨੂੰ ਡਿਵੈਲਪ ਕਰਨ ਵਾਸਤੇ ਬਿਜਲੀ ਦੀ ਇੱਕ ਸਮੱਸਿਆ ਸਾਡੀ ਹੋਰ ਹੱਲ ਕਰ ਦਿਓ ਉਹ ਅਸੀਂ ਮੈਂ ਰਿਡਿਊਸ ਕਰ ਰਹੇ ਹਾਂ ਵੀ ਆਰ ਕਮਿੰਗ ਆਊਟ ਆਫ ਕਿਉਂਕਿ ਦ ਇੱਕ ਤਾਂ ਪਾਲਿਸੀ ਦੇਖੋ ਜੀ ਦੂਸਰੀਆਂ ਸਟੇਟਾਂ ਨਾਲੋਂ ਸਾਨੂੰ ਬਿਜਲੀ ਇੰਨੀ ਕੁ ਮਹਿੰਗੀ ਮਿਲਦੀ ਆ ਕਿ ਸਾਨੂੰ ਉਹਦੀ ਕਾਸਟ ਆਪਣੀ ਮੇਨਟੇਨ ਕਰਨ ਵਾਸਤੇ ਬਹੁਤ ਪ੍ਰੋਬਲਮ ਆ ਰਹੀ ਹੈ ਉਹ ਨਹੀਂ ਹੁੰਦੀ ਦੂਸਰਾ ਸ਼ਹਿਰ ਦੇ ਵਿੱਚ ਕੱਟ ਜਿਹੜੇ ਲੱਗਦੇ ਆ ਕੱਟ ਦਾ ਸਾਨੂੰ ਪਤਾ ਨਹੀਂ ਹੈਗਾ ਇੱਥੇ ਵੀਕਲੀ ਕੱਟ ਜਿਹੜਾ ਬੁੱਧਵਾਰ ਨੂੰ ਲਾਉਂਦੇ ਆ ਐਤਵਾਰ ਦੀ ਛੁੱਟੀ ਹੁੰਦੀ ਆ ਬੁੱਧਵਾਰ ਨੂੰ ਕੱਟ ਲਾਉਂਦੇ ਆ ਕੱਟ ਤਾਂ ਲਾਉਣਾ ਨਹੀਂ ਚਾਹੀਦਾ ਸੀ ਇਹ ਕਾਂਗਰਸ ਨੇ ਲਾਉਣੇ ਸ਼ੁਰੂ ਕੀਤੇ ਹੈ ਅਸੀਂ ਤਾਂ ਤੁਹਾਡਾ ਟਾਈਮ ਫਿਰ ਤੋੜਦੇ ਆ ਕੱਲ ਤੁਸੀਂ ਆਓਗੇ ਤਾਂ ਸਾਡੀ ਸਮੱਸਿਆ ਹੱਲ ਹੋਊਗੀ ਕਿਉਂਕਿ ਬਿਜਲੀ ਦੀ ਸਮੱਸਿਆ ਤਾਂ ਵਧੀ ਹੈ ਜੀ ਕਿਉਂਕਿ ਹਰ ਸਾਲ 700 ਮੈਗਾਵਾਟ ਬਿਜਲੀ ਦੀ ਡਿਮਾਂਡ ਵਧਦੀ ਹੈ ਕਿਉਂਕਿ ਨੈਚੁਰਲ ਨਵੀਆਂ ਫੈਕਟਰੀਆਂ ਲੱਗ ਜਾਂਦੀਆਂ ਘਰ ਨਵੇਂ ਪੈਦੇ ਆ 5 ਸਾਲਾਂ 'ਚ ਇਹਨਾਂ ਨੇ ਕੋਈ ਯੂਨਿਟ ਲਾਇਆ ਨਹੀਂ ਬਿਜਲੀ ਪੈਦਾ ਕਰਨ ਦਾ 3500 ਮੈਗਾਵਾਟ ਡਿਮਾਂਡ ਵੱਧ ਗਈ ਤੇ ਇਸ ਕਰਕੇ ਕੱਟ ਸ਼ੁਰੂ ਹੋ ਗਏ ਸਭ ਤੋਂ ਪਹਿਲੇ ਕੰਮ ਸਾਨੂੰ 1 ਸਾਲ 1.5 ਸਾਲ ਪਹਿਲੇ ਤਾਂ ਬਿਜਲੀ ਪੂਰੀ ਕਰਨੀ ਪੈਣੀ ਹੈ ਜਿਹੜੇ ਮੈਂ ਅੱਜ ਤੁਹਾਨੂੰ ਅੱਜ ਦੱਸ ਦਿੰਦਾ ਇਹ ਜੀ ਬਿਜਲੀ ਦੇ ਹਾਲਾਤ ਕਰ ਲਈ ਅਗਲੇ ਗਰਮੀਆਂ 'ਚ ਜਿਹਦੀ ਮਰਜ਼ੀ ਸਰਕਾਰ ਆਏ ਅਗਲੀ ਗਰਮੀਆਂ 'ਚ 3 ਦਿਨ ਜਾਂ 4 ਦਿਨ ਦੇ ਕੱਟ ਲੱਗਣਗੇ ਕਿਉਂਕਿ ਇਹਨਾਂ ਨੇ ਕੋਈ ਜਨਰੇਸ਼ਨ ਨਹੀਂ ਕੀਤੀ 5 ਸਾਲ 'ਚ ਹਾਲਾਤ ਉਹ ਤਾਂ ਫਿਰ ਜਦੋਂ ਸ਼ੁਰੂ ਕਰਾਂਗੇ 1 ਸਾਲ 1.5 ਸਾਲ ਦੇ ਬਾਅਦ ਉਹਦਾ ਰਿਜ਼ਲਟ ਆਉਣਾ ਹੈ ਪਰ ਅਗਲੀ ਗਰਮੀਆਂ 'ਚ ਦੇਖੋ ਕਿੰਨਾ ਬੁਰਾ ਹਾਲ ਹੋਣਾ ਇਹਨਾਂ ਨੇ ਜੋ ਕੀਤਾ ਇੱਕ ਸਾਡੀ ਸਮੱਸਿਆ ਹੋਰ ਸੀ ਉਹ ਇਹ ਸੀ ਕਿ ਅਸੀਂ ਟੋਕਾ ਮਸ਼ੀਨਾਂ ਬਣਾਉਂਦੇ ਆ ਇਹ ਗਰੀਬ ਕਿਸਾਨ ਦੇ ਮਤਲਬ ਦੀ ਚੀਜ਼ ਆ ਅਮੀਰ ਕਿਸਾਨ ਦੇ ਮਤਲਬ ਦੀ ਚੀਜ਼ ਨਹੀਂ ਹੈਗੀ ਗਰੀਬ ਕਿਸਾਨ ਜਿਹਦੇ ਕੋਲ ਇੱਕ ਪਸ਼ੂ ਆ ਉਹ ਵੀ ਲੈ ਕੇ ਜਾਂਦਾ ਹੈ ਇਹ ਟੈਕਸ ਫ੍ਰੀ ਰਹੀ ਆ ਜਦ ਦਾ ਦੇਸ਼ ਆਜ਼ਾਦ ਹੋਇਆ ਆ ਜੀਐਸਟੀ ਤੋਂ ਪਹਿਲਾਂ ਤੱਕ ਜਿੱਦਣ ਇੱਥੇ ਜੀਐਸਟੀ ਲੱਗੀ ਆ ਉਦੋਂ 12% ਇੱਥੇ ਜੀਐਸਟੀ ਲੱਗ ਗਿਆ ਭਾਰ ਤਾਂ ਕਿਸਾਨ ਤੇ ਪਿਆ ਸਾਡੇ ਤੇ ਕੋਈ ਭਾਰ ਨਹੀਂ ਪਿਆ ਉਹ ਸਾਡੀ ਵਿਕਰੀ ਘਟ ਗਈ ਉਹਦੇ ਨਾਲ ਫਰਕ ਪਿਆ 12% ਟੈਕਸ ਦੇਣ ਨੂੰ ਤਿਆਰ ਨਹੀਂ ਹੈਗਾ ਕੋਈ ਉਹਦੀ ਜਾਂ ਤਾਂ ਟੈਕਸ ਲਵਾਂਗੇ ਜਾਂ ਫਿਰ ਚੋਰੀ ਕਰਾਂਗੇ ਦੋਨਾਂ ਚੀਜ਼ ਕੋਈ ਕੰਮ ਕਰਾਂਗੇ ਚੋਰੀ ਵਧੀ ਆ ਟੈਕਸ ਘਟਿਆ ਲੋਕਾਂ ਨੂੰ ਇਹਦਾ ਟੈਕਸ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਤੇ ਜਦ ਤੁਸੀਂ ਸਾਡੀ ਗੱਲ ਨਾਲ ਸਹਿਮਤ ਆ ਤਾਂ ਸਾਡੀ ਗੱਲ ਪਹੁੰਚਾਉਣ ਵਾਲਾ ਦਿੱਲੀ ਦਾ ਹੀ ਕੋਈ ਨਹੀਂ ਸੀ ਨਹੀਂ ਨਾਲੇ ਭਾਰਤ ਸਰਕਾਰ ਨੂੰ ਕੋਈ ਮਿਲਣਾ ਵੀ ਨਹੀਂ ਕੁਝ ਕਿੰਨੇ ਕਿੰਨਾ ਟੈਕਸ ਕੱਟ ਹੋ ਗਿਆ ਟੋਕਾ ਵਜੀ ਕਰਕੇ ਨਹੀਂ ਠੀਕ ਹੈ ਵੀ ਟੇਕ ਅਪ ਦਿਸ ਇਸ਼ੂ ਆਪਣੇ ਜੇ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਤਾਂ ਕਾਫੀ ਵੱਡਾ ਬਣਿਆ ਆ ਪਰ ਕੋਈ ਟ੍ਰੇਨ ਨਹੀਂ ਰੁਕਦੀ ਹੈਗੀ ਜਿਹੜੀਆਂ ਐਕਸਪ੍ਰੈਸ ਟ੍ਰੇਨਾਂ ਹੈਗੀਆਂ ਕੋਈ ਟ੍ਰੇਨ ਨਹੀਂ ਰੁਕਦੀ ਪਹਿਲਾਂ ਇੱਥੇ ਅਰਬਨ ਟ੍ਰੇਨਾਂ ਰੁਕਦੀਆਂ ਸੀਗੀਆਂ ਉਹ ਸਾਰੀਆਂ ਰਨ ਥਰੂ ਹੋ ਗਈਆਂ ਆ 4-5 ਸਾਲ ਤੋਂ ਉਹ ਜਿਵੇਂ ਐਕਸਪ੍ਰੈਸ ਬਣੀ ਜਾਂਦੀ ਹੈ ਉਵੇਂ ਛੋਟੇ ਛੋਟੇ ਸ਼ਹਿਰ ਕੱਟੀ ਜਾਂਦੇ ਆ ਪ੍ਰੋਬਲਮ ਤਾਂ ਆ ਰਹੀ ਹੈ ਇਹਨਾਂ ਦੀ ਗਵਰਨਮੈਂਟ ਆਫ ਇੰਡੀਆ ਦੀ ਧੰਨਵਾਦ ਜੀ ਸਰ ਬਹੁਤ ਬਹੁਤ ਰਾਣਾ ਜੀ ਦੇ ਦਿਓ ਹਰਪਾਲ ਸਿੰਘ ਜੀ ਇੱਕ ਮੀਡੀਆ ਐਸੋਸੀਏਸ਼ਨ ਵੱਲੋਂ ਮੀਡੀਆ ਇੰਡਸਟਰੀ ਵੱਲੋਂ ਵੀ ਇੱਕ ਰਿਕੁਐਸਟ ਹੈ ਜੀ ਇੰਡਸਟਰੀਸਟ ਹੈ ਓਕੇ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸੁਖਵੀਰ ਜੀ ਮੀਡੀਆ ਨਹੀਂ ਇਹ ਮੀਡੀਆ ਵੱਲੋਂ ਨਹੀਂ ਮੈਂ ਬਤੌਰ ਉਦਯੋਗਪਤੀ ਤੋਂ ਨਾਲ ਗੱਲ ਕਰਾਂਗਾ ਓਕੇ ਇਹ ਮੀਡੀਆ ਵਾਲੀ ਤੋਂ ਬਾਅਦ ਚ ਗੱਲ ਕਰਦੇ ਆਂ ਇੱਕ ਤਾਂ ਸਾਡੇ ਜਿਹੜਾ ਜੀ ਗੁਰਾਇਆ ਤੇ ਫਲੋਰ ਦੇ ਵਿੱਚ ਹਾਲੇ ਤੱਕ ਫੋਕਲ ਪੁਆਇੰਟ ਨਹੀਂ ਬਣਿਆ ਕੋਈ ਪੰਜਾਬ 'ਚ ਇਹ ਕਿਹਾ ਜਾਂਦਾ ਕਿ ਇੰਡਸਟਰੀਅਲ ਫੋਕਲ ਪੁਆਇੰਟ ਅਸੀਂ ਬਣਾਏ ਆ ਪਰ ਉਹ ਕਾਮਯਾਬ ਨਹੀਂ ਹੋਏ ਪਰ ਜੇ ਇੱਥੇ ਆਪਾਂ ਦੇਖੀਏ ਗੁਰਾਇਆ ਦੇ ਵਿੱਚ ਜਿਹੜੀ ਜਿੰਨੀ ਇੰਡਸਟਰੀ ਉਹ ਜੀਟੀ ਰੋਡ ਦੇ ਦੋਨਾਂ ਪਾਸਿਆਂ ਤੇ ਆ ਉੱਥੇ ਵਸੀ ਆ ਉੱਥੇ ਹੀ ਚੱਲੀ ਜਾਂਦੀ ਹਾਲੇ ਤੱਕ ਕੋਈ ਟਾਊਨ ਪਲੈਨਿੰਗ ਵਾਲਿਆਂ ਨੇ ਮਾਸਟਰ ਪਲਾਨ ਵੀ ਆਇਆ ਹਾਲੇ ਤੱਕ ਕੋਈ ਨਹੀਂ ਬਣਿਆ ਜੇ ਫੋਕਲ ਪੁਆਇੰਟ ਹੋਵੇ ਤਾਂ ਉੱਥੇ ਸਾਨੂੰ ਸੀਐਲਯੂ ਲੈਣ ਦੀ ਲੋੜ ਨਹੀਂ ਸੈਕ ਕਮੇਟੀ ਦੀਆਂ ਸ਼ਰਤਾਂ ਜਿਹੜੀਆਂ ਸਾਰੀਆਂ ਖਤਮ ਹੋ ਜਾਣਗੀਆਂ ਮੈਂ ਉਹੀ ਗੱਲ ਇਹਨਾਂ ਨੇ ਸਰਦਾਰ ਸਾਹਿਬ ਨੇ ਆਹੀ ਗੱਲ ਕੀਤੀ ਸੀ
ਅਸੀਂ ਐਜ਼ ਐਂਡ ਵੇਅਰ ਐਜ਼ ਬੇਸਿਸ ਤੇ ਇਹਨੂੰ ਡਿਕਲੇਅਰ ਕਰ ਦਾਂਗੇ। ਠੀਕ ਹੈ ਜੀ। ਉਹਦੇ ਨਾਲ ਥੋੜੀ ਸੌਰਟ ਆਊਟ ਪਰ ਨਹੀਂ, ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਫੋਕਲ ਪੁਆਇੰਟ ਬਣੇ ਗੁਰਾਇਆ ਤੇ ਫਲੋਰ ਦੇ ਵਿਚਕਾਰ ਕਿਤੇ। ਪਹਿਲਾਂ ਇਹ ਲਘੂ ਨਿਰਯਾਤ ਨਿਗਮ ਜਿਹੜਾ ਆਪਣਾ ਚੰਡੀਗੜ੍ਹ, ਉਹਨਾਂ ਨੇ ਸਕੀਮ ਕੱਢੀ ਵੀ ਸੀ, ਪਰ ਉਹ ਠੰਡੇ ਪਾਸੇ 'ਚ ਪੈ ਗਈ। ਐਪਲੀਕੇਸ਼ਨਾਂ ਲੈ ਲਈਆਂ, ਕੁਝ ਫੀਸ ਵੀ ਲੈ ਲਈ, ਪਰ ਉਹ ਬਣੀ ਨਹੀਂ। ਜੇ ਫੋਕਲ ਪੁਆਇੰਟ ਬਣਦਾ ਆ ਤਦ ਹੀ ਗੁਰਾਇਆ ਦੀ ਇੰਡਸਟਰੀ ਬਚ ਸਕਦੀ ਆ। ਜੇ ਫੋਕਲ ਪੁਆਇੰਟ ਬਣਦਾ ਨਹੀਂ ਤਾਂ ਇੱਥੋਂ ਦੇ ਜਿੰਨੇ ਇੰਡਸਟਰੀ ਵਾਲੇ ਆ, ਕੋਈ ਇਹ ਕੁਛ ਖੋਲ ਰਿਹਾ, ਕੋਈ ਮੈਰਿਜ ਪੈਲਸ ਖੋਲ ਰਿਹਾ, ਕੋਈ ਕੁਛ ਖੋਲ ਰਿਹਾ। ਸਾਡੀ ਬੇਨਤੀ ਇਹ ਆ ਕਿ ਗੁਰਾਇਆ ਦੇ, ਜਿਵੇਂ ਹੁਣ ਗੁਰਾਇਆ ਜਿਹੜਾ ਪਹਿਲਾਂ ਟੋਕਾ ਮਸ਼ੀਨ ਲਈ ਮਸ਼ਹੂਰ ਸੀਗਾ, ਹੁਣ ਇਸ ਵੇਲੇ ਬਰਫੀ ਲਈ ਮਸ਼ਹੂਰ ਹੋ ਗਿਆ। ਇਹ ਟੋਕਾ ਮਸ਼ੀਨ ਲਈ ਮਸ਼ਹੂਰ ਰਵੇ, GNA ਦੇ ਐਕਸਲਾਂ ਲਈ ਮਸ਼ਹੂਰ ਰਵੇ। ਇਹਦੇ ਲਈ ਸਰਕਾਰ ਨੂੰ ਇੱਧਰ ਲੋੜ ਆ। ਆਮ ਕਰਕੇ ਅਸੀਂ ਇਹ ਦੇਖਦੇ, ਹੁਣ ਤਾਂ ਚਲੋ ਹਾਈਵੇ ਬਣ ਗਿਆ, ਜਦੋਂ ਤੁਹਾਡੀ ਵੀ ਸਰਕਾਰ ਸੀ ਤੁਸੀਂ ਵੀ ਸਿੱਧੇ ਨਿਕਲਦੇ ਰਹੇ ਆ, ਗੁਰਾਇਆ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਇੱਧਰ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਆ, ਨਹੀਂ ਤਾਂ ਗੁਰਾਇਆ ਦੀ ਇੰਡਸਟਰੀ ਫੇਲ ਹੋ ਜਾਣੀ। ਇੱਕ ਜਿਹੜੀ ਹੋਰ ਵੱਡੀ ਸਮੱਸਿਆ ਉਹ ਇਹ ਆ ਕਿ ਗੁਰਾਇਆ ਦੀ ਜਿਹੜੀ ਟੋਕਾ ਮਸ਼ੀਨ ਆ, ਇਹਦਾ ਨਵੀਨੀਕਰਨ ਲਈ ਹਾਲੇ ਤੱਕ ਕੋਈ ਮਸ਼ੀਨਾਂ ਅਸੀਂ ਲਾ ਨਹੀਂ ਸਕੇ। ਕਿਉਂ ਨਹੀਂ ਲਾ ਸਕੇ? ਸਾਡੇ ਕੋਲ ਫੰਡ ਹੈ ਨਹੀਂ। ਅਸੀਂ ਜੇ ਬਨਾਰਸ ਦੀਆਂ ਜਾਂ ਸਮਾਲਕਾ ਮੰਡੀ ਦੀਆਂ ਜਿਹੜੀਆਂ ਫੈਕਟਰੀਆਂ ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ, ਉਹਨਾਂ ਨੂੰ ਰਾ ਮਟੀਰੀਅਲ ਸਸਤਾ ਮਿਲਦਾ। ਇਹ ਸਰਹੱਦੀ ਸੂਬਾ ਆ, ਸਾਨੂੰ ਰਾ ਮਟੀਰੀਅਲ ਸਾਰਿਆਂ ਨਾਲੋਂ ਮਹਿੰਗਾ ਮਿਲਦਾ। ਬੇਨਤੀ ਇਹ ਆ ਕਿ ਇੱਕ ਤਾਂ ਫੋਕਲ ਪੁਆਇੰਟ ਹੋ ਜਾਵੇ, ਦੂਜਾ ਨਵੀਨੀਕਰਨ ਲਈ ਜਦੋਂ ਤੁਹਾਡੀ ਸਰਕਾਰ ਆਵੇ ਤੁਸੀਂ ਸਾਨੂੰ ਕੋਈ ਸਬਸਿਡੀਆਂ ਇਹਨਾਂ ਦੀਆਂ ਕੋਈ ਜਾਰੀ ਕਰੋ। ਤੀਸਰੀ ਗੱਲ ਇਹ ਆ ਕਿ ITI ਕੋਈ ਨਹੀਂ ਹੈਗੀ। ਜਿਹੜੇ ਨੌਜਵਾਨ ਕਾਮੇ ਆ, ਸਿੱਖਿਅਤ ਕਾਮੇ ਸਾਨੂੰ ਮਿਲ ਨਹੀਂ ਰਹੇ। ਗੁਰਾਇਆ ਦੇ ਵਿੱਚ ITI ਹੋਣੀ ਚਾਹੀਦੀ ਹੈ, ਜਿੱਥੇ ਨਵੇਂ ਸਿੱਖਿਅਤ ਕਾਮੇ ਜਿਹੜੇ ਆ ਉਹ ਪੈਦਾ ਹੋਣ, ਉਹ ਇੰਡਸਟਰੀ ਨੂੰ ਅੱਗੇ ਕਰਨ। ਹੁਣ ਜਿਹੜਾ ਹਾਲਾਤ ਇਹ ਆ ਕਿ ਜਿੰਨੇ ਵੀ ਫੈਕਟਰੀਆਂ ਵਾਲਿਆਂ ਦੇ ਬੱਚੇ ਆ ਉਹ ਵਿਦੇਸ਼ ਜਾ ਰਹੇ ਆ। ਉਹ ਕਹਿੰਦੇ ਇਹਦੇ ਵਿੱਚ ਕੁਝ ਨਹੀਂ ਪਾਪਾ ਤੂੰ ਕਰੀ ਜਾਂਦਾ ਆ, ਸਾਡੇ ਵਾਸ ਦੀ ਗੱਲ ਨਹੀਂ। ਸੋ ਬੇਨਤੀ ਇਹ ਆ ਕਿ ਇੱਧਰ ਧਿਆਨ ਦੇਣ ਦੀ ਲੋੜ ਆ ਜਦੋਂ ਤੁਹਾਡੀ ਸਰਕਾਰ ਆਉਂਦੀ। ਐਕਚੁਅਲੀ ਇੱਕ ਤਾਂ ਬਰਫੀ ਬੜੀ ਸਵਾਦ ਆ ਜਿਹੜੀ, ਮੈਂ ਵੀ ਖਾ ਕੇ ਆਇਆ ਤੇ ਮੈਂ ਤਾਂ ਜਾਣ ਕੇ ਮਿੱਠਾ ਖਾਂਦਾ ਨਹੀਂ ਸੀ, ਪਰ 3-4 ਪੀਸ ਮੈਂ ਛੱਡ ਗਿਆ। ਤੇ ਬਾਕੀ ਹੁਣ ਤੁਸੀਂ ਸਪੀਡ ਬ੍ਰੇਕਰ ਲਾ ਦੋ ਨਾ ਇਹਨਾਂ ਨੂੰ, ਮੈਨੂੰ ਰੋਕ ਲਿਆ ਕਰਨਗੇ। ਜਿਹੜਾ ਚੰਗਾ ਵਕੀਲ ਹੋਏ ਨਾ ਰਾਹ 'ਚ ਰੋਕ ਲੈਂਦਾ, ਜੇ ਮਾੜਾ ਵਕੀਲ ਹੋਵੇ ਤਾਂ ਕੋਈ ਰੋਕਦਾ ਨਹੀਂ। ਠੀਕ ਹੈ ਜੀ, ਠੀਕ ਹੈ। ਤੇ ਮੀਡੀਆ ਨੂੰ ਇੰਡਸਟਰੀਅਲ ਬੋਡੀ ਪਹਿਲਾਂ ਇੰਡਸਟਰੀਅਲ ਜੀ ਹਰਪਾਲ ਜੀ ਸਾਹਿਬ ਰੱਖੇ। ਹੈਲੋ ਸਰ, ਸਾਡੇ ਅੰਕਲ ਨਰਿੰਦਰ ਜੀ ਨੇ ਤੇ ਬਲਵਿੰਦਰ ਜੀ ਨੇ ਤੁਹਾਨੂੰ ਗੁਰਾਇਆ ਦੀ ਜਿਹੜੀਆਂ ਮੇਨ ਪ੍ਰੋਬਲਮਸ ਹੈ ਉਹ ਤਾਂ ਸ਼ੇਅਰ ਕਰ ਲਈਆਂ ਨੇ। ਦੇਖੋ, ਗੁਰਾਇਆ ਦੀ ਜਿਹੜੀ ਇੰਡਸਟਰੀ ਹੈ ਇਹਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ਹੈ। ਜਿੰਨੇ ਇੱਥੇ ਟੋਕਾ ਮੈਨੂਫੈਕਚਰਸ ਹੈਗੇ ਨੇ, ਬਾਲ ਬੇਅਰਿੰਗ ਸੀਗੇ, ਆਟੋ ਪਾਰਟਸ ਵੀ ਬਣਦੇ ਨੇ ਇੱਥੇ। ਪਰ ਸਭ ਨਾਲ ਵੱਡੀ ਜਿਹੜੀ ਪ੍ਰੋਬਲਮ ਹੈ ਸਾਡੇ ਸ਼ਹਿਰ ਦੇ ਵਿੱਚ ਕੋਈ R&D ਸੈਂਟਰ ਹੀ ਹੈ, ਜਿਹਦੇ ਕਰਕੇ ਸਾਨੂੰ ਜਿਹੜੇ ਕੰਮ ਨਾ ਬੜੀ ਲੁਧਿਆਣੇ ਜਾਣਾ ਪੈਂਦਾ ਸਾਰੇ ਕੰਮ। ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਚਾਹੀਦਾ ਗੁਰਾਇਆ ਵਿੱਚ, ਉਹਦੇ ਵਾਸਤੇ ਤੁਸੀਂ ਜ਼ਰੂਰ ਸੋਚੋ। ITI ਵਾਸਤੇ ਭਾਜੀ ਨੇ ਕਿਹਾ ਉਹ ਵੀ ਚਾਹੀਦੀ ਹੈ। ਫਿਰ ਆਪਣੇ ਸਾਡੇ ਸ਼ਹਿਰ ਦੇ ਵਿੱਚ ਇੰਡਸਟਰੀਅਲ ਟਾਊਨ ਕੋਈ ਨਹੀਂ ਹੈ, ਇੰਡਸਟਰੀ ਚਾਹੀਦਾ। ਉਸ ਤੋਂ ਬਾਅਦ ਜਿਹੜੀ ਐਲੀਵੇਟਡ ਰੋਡ ਚਾਹੀਦੀ ਹੈ ਜੀ, ਜਿਹੜੀ ਸਾਡੇ ਬਣਿਆ ਨਾ ਗੁਰਾਇਆ ਸ਼ਹਿਰ, ਐਲੀਵੇਟਡ ਰੋਡ ਚਾਹੀਦਾ। ਇਟਸ ਡਿਵਾਈਡਡ ਇਨਟੂ 2 ਨਾਓ। ਪਾਰਟਸ ਚ ਛੋਟਾ ਜਿਹਾ ਸ਼ਹਿਰ ਹੈ ਜੀ, 3 ਕਿਲੋਮੀਟਰ ਦਾ ਸ਼ਹਿਰ ਹੈ। ਟੋਟਲ ਸਟ੍ਰੈਚ ਸਾਡੀ ਜਿਹੜੀ ਸਟ੍ਰੈਚ ਹੈਗੀ ਹੈ ਉਹ ਵੀ 2 ਪਾਰਟ ਦੇ ਵਿੱਚ ਡਿਵਾਈਡ ਹੋ ਗਈ ਹੈ। ਉਹਦੇ ਉੱਤੇ ਐਲੀਵੇਟਡ ਰੋਡ ਚਾਹੀਦਾ। ਤੇ ਸਭ ਨਾਲ ਵੱਡੀ ਜਿਹੜੀ ਮਤਲਬ ਪ੍ਰੋਬਲਮ ਹੈ ਉਹ ਹੈਗੀ ਇੱਥੇ ਜੀ ਰੈਜ਼ੀਡੈਂਸ਼ੀਅਲ ਏਰੀਆ ਕੋਈ ਨਹੀਂ ਹੈ, ਕੋਈ ਮਾਡਲ ਟਾਊਨ ਨਹੀਂ ਹੈ ਗੁਰਾਇਆ ਦੇ ਵਿੱਚ। ਸਾਡੇ No, do you want a Puda colony type? ਬਿਲਕੁਲ ਜੀ, ਜਿੰਨੇ ਵੀ ਸਾਡੇ ਇੰਡਸਟਰੀਜ਼ ਨੇ ਜਾਂ ਹੋਰ ਸਾਡੇ ਇੱਥੇ ਵਪਾਰੀ ਵਰਗ ਹੈਗਾ ਜੋ ਵੀ ਹੈਗਾ, ਉਹ ਜਾਂ ਤਾਂ ਫਗਵਾੜੇ ਜਾ ਰਹੇ ਨੇ, ਜਲੰਧਰ ਜਾ ਰਹੇ ਨੇ, ਜਾਂ ਲੁਧਿਆਣੇ ਜਾ ਰਹੇ ਨੇ। ਇੱਥੇ ਰਹਿਣ ਵਾਸਤੇ ਕੋਈ ਵੀ ਕਲੋਨੀ ਨਹੀਂ ਹੈਗੀ। ਠੀਕ। ਉਹਦੇ ਬਾਰੇ ਤੁਸੀਂ ਜ਼ਰੂਰ ਸੋਚੋ। ਨੂੰ ਆਵਲ ਪੁੱਡਾ ਨੂੰ ਅਸੀਂ ਬੜਾ ਐਕਟੀਵੇਟ ਕਰਾਂਗੇ, ਕਿਉਂਕਿ ਇੱਕ ਤਾਂ ਪੁੱਡਾ ਦੀ ਰੈਪੂਟੇਸ਼ਨ ਚੰਗੀ ਹੈ। ਪ੍ਰਾਈਵੇਟ ਬਿਲਡਰਾਂ ਨਾਲੋਂ ਲੋਕੀ ਕਹਿੰਦੇ ਘੱਟ ਤੋਂ ਘੱਟ ਸਰਕਾਰੀ ਤਾਂ ਹੈਗਾ। ਤੇ ਬਾਕੀ ਮੈਂ ਜਿਹੜੇ ਫੋਕਲ ਪੁਆਇੰਟ ਦੀ ਮੈਂ ਗੱਲ ਦੇਖੀ ਹੈ, ਅਸੀਂ ਫੋਕਲ ਪੁਆਇੰਟ ਬਣਾ ਕੇ ਵੀ ਦੇਖ ਲਏ। ਲੋਕੀ ਪੁਰਾਣੀ ਜਗ੍ਹਾ ਤੇ ਛੱਡਦੇ ਨਹੀਂ, ਨਵੀਂ 'ਚ ਲੈ ਕੇ ਰੱਖ ਲੈਂਦੇ ਆ। ਮੈਨੂੰ ਹੁਣ ਅਸੀਂ ਜਿਵੇਂ ਤੁਸੀਂ ਹੋ ਉਵੇਂ ਮਲੋਟ ਵੀ ਸਾਡੇ ਉੱਥੇ ਐਗਰੀਕਲਚਰ ਮਸ਼ੀਨਰੀ ਦਾ ਬੜਾ ਸੈਂਟਰ ਹੈ, ਤੇ ਸਾਰੇ ਕਹਿੰਦੇ ਜੀ ਕਿ ਤੁਸੀਂ ਫੋਕਲ ਪੁਆਇੰਟ ਬਣਾਓ। ਅਸੀਂ ਫੋਕਲ ਪੁਆਇੰਟ ਬਣਾਏ, ਕਿਸੇ ਨੇ ਨਹੀਂ ਛੱਡੀ ਪੁਰਾਣੀ ਜਗ੍ਹਾ ਤੇ। ਉੱਥੇ ਜਾ ਕੇ ਉਹ ਤਾਂ ਕਹਿੰਦੇ ਰੱਖਣੀ ਹੈ। ਅੱਗੇ ਫਿਊਚਰ ਤੋਂ ਵਾਸਤੇ ਪਲਾਟ 15 ਸਾਲ ਹੋ ਗਏ, ਇਕੱਲੇ ਪਲਾਟ ਹੀ ਪਏ ਹੈ, ਕੋਈ ਨਹੀਂ ਗਿਆ। ਸਰ ਉਹ ਪਲਾਟ ਜਿਹੜੇ ਨਾ ਉਹ ਐਕਚੁਅਲੀ ਜਿਹੜੇ ਬੰਦੇ ਨੂੰ ਚਾਹੀਦੇ ਉਹਨਾਂ ਨੂੰ ਲਾਟ ਹੋਣੇ ਚਾਹੀਦੇ। ਨਹੀਂ, ਅੱਜ ਤਾਂ ਲਾਟ ਉਹਨਾਂ ਨੇ ਕੀਤੇ ਜਿਨ੍ਹਾਂ ਕੋਲ ਫੈਕਟਰੀਆਂ, ਜਿਹੜੇ ਕਹਿੰਦੇ ਸੀ ਅਸੀਂ ਇੱਥੋਂ ਛੱਡ ਕੇ ਬਾਹਰ ਜਾਵਾਂਗੇ, ਅਸੀਂ ਕਿ ਸਾਰੇ ਲੈ ਲਓ। ਸਾਡੇ ਸ਼ਹਿਰ 'ਚ ਤਾਂ ਜਗ੍ਹਾ ਹੀ ਹੈ ਨਹੀਂ ਜੀ ਇੰਡਸਟਰੀ ਲਾਉਣ ਲਈ। ਹੁਣ ਹੈ ਨਹੀਂ ਜਗ੍ਹਾ।
ਅਸੀਂ ਐਕਸਪੈਂਸ਼ਨ ਕਰ ਲਈ ਹੈ ਸਾਡੇ ਕੋਲ ਜਗ੍ਹਾ ਹੀ ਨਹੀਂ ਕਿਤੇ ਅਸੀਂ ਲਾਈਨ ਕਰਦੇ No, we can look into that. ਸਭ ਨਾਲ ਵੱਡੀ ਪ੍ਰੋਬਲਮ ਇਹ R&D ਦੀ ਹੈ ਜੀ, ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਜ਼ਰੂਰ ਚਾਹੀਦਾ ਜੀ। ਛੋਟੇ ਜਿਹੇ ਕੰਮ ਵਾਸਤੇ ਸਾਨੂੰ ਦੂਰ ਜਾਣਾ ਪੈਂਦਾ ਜੀ, ਉਹਦੇ ਕਰਕੇ ਸਾਡੇ ਤੇ ਮੋਸਟ ਆਫ ਦਾ ਇੰਡਸਟਰੀਜ਼ ਜਿਹੜੇ ਹੈਗੇ ਉਹਨਾਂ ਨੂੰ ਪਤਾ ਹੀ ਹੈ ਨਹੀਂ ਵੀ ਟੈਕਨੋਲੋਜੀ ਕੀ ਹੈਗੀ ਆ, ਕਿੱਥੇ ਅਸੀਂ ਕਿੱਦਾਂ ਕੰਮ ਕਰ ਸਕਦੇ ਹਾਂ, ਉਹ ਬਿਲਕੁਲ ਅਵੇਅਰ ਨਹੀਂ ਹੈਗੀ ਇਸ ਚੀਜ਼ ਦੀ। ਇਹਦੇ ਵਾਸਤੇ ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਬਣਾਇਆ ਜੀ ਬਹੁਤ ਜ਼ਰੂਰੀ ਹੈ, ਇਹ ਪ੍ਰਾਇੋਰਟੀ ਤੇ ਚਾਹੀਦਾ ਜੀ ਸਭ ਨਾਲ ਪਹਿਲਾਂ। ਬਾਕੀ ਪ੍ਰੋਬਲਮਸ ਅੰਕਲ ਨੇ ਤੁਹਾਨੂੰ ਸ਼ੇਅਰ ਕਰ ਲਈਆਂ ਨੇ ਜੀ, ਉਹ ਸਾਰੀਆਂ ਜ਼ਰੂਰੀ ਨੇ ਜਿੰਨੀਆਂ ਗੱਲਾਂ ਕਰ ਰਹੇ ਨੇ, ਇਹ ਸਾਰੀਆਂ ਜ਼ਰੂਰੀ। ਥੈਂਕ ਯੂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਸਾਰੇ ਜਣੇ ਜੋ ਵੀ ਸਾਰਿਆਂ ਨੇ ਫਰਮਾਇਸ਼ ਕੀਤੀ ਉਹ ਬਿਲਕੁਲ ਠੀਕ ਹੈ, ਸਾਰਿਆਂ ਨੇ ਜੋ ਵੀ ਕਿਹਾ ਇਹਦੇ ਵਿੱਚ। ਪਰ ਸਾਡੇ ਲਈ ਇਹ ਹੈ ਕਿ ਵਪਾਰੀ ਵਰਗ ਸਭ ਨੂੰ ਵੱਧ ਟੈਕਸ ਪੇਡ ਹੈ, ਪਰ ਉਹਦੇ ਐਟਲੀਸਟ ਬੁਢਾਪੇ ਵਿੱਚ ਕੁਝ ਦੇ ਲੈਣ ਨੂੰ ਜਾਂ ਪੈਨਸ਼ਨ ਇਦਾਂ ਸਿਸਟਮ ਕੋਈ ਵੀ ਨਹੀਂ ਹੈ ਸਾਡੇ ਲਈ ਸਪੈਸ਼ਲ ਕੈਟਾਗਰੀ ਵਾਸਤੇ। ਤੇ ਪਲੱਸ ਸਾਡੇ ਗੁਰਾਇਆ ਸ਼ਹਿਰ ਵਿੱਚ ਕੋਈ ਵਧੀਆ ਪਾਰਕ ਹੈ ਨਹੀਂਗਾ, ਇੱਕ ਗੁਰਾਇਆ ਸ਼ਹਿਰ ਵਿੱਚ ਪਾਣੀ ਦਾ ਨਿਕਾਸ ਪ੍ਰੋਪਰ ਹੈ ਨਹੀਂਗਾ। ਬੜਾ ਪੰਗੋੜ ਜਦੋਂ ਬਾਰਿਸ਼ ਹੋਵੇ ਤਾਂ 2 ਦਿਨ ਪਾਣੀ ਨਿਕਲਦਾ, ਦੁਕਾਨਾਂ ਦੇ ਅੰਦਰ ਪਾਣੀ, ਘਰਾਂ ਦੇ ਅੰਦਰ ਪਾਣੀ, ਪ੍ਰੋਪਰ ਸੀਵਰੇਜ ਦੀ ਸਪਲਾਈ ਨਹੀਂ ਪ੍ਰੋਪਰ ਹੈਗੀ ਇੱਥੇ ਬਿਲਕੁਲ ਵੀ। ਤਾਂ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰਦਾ ਤੁਹਾਡੀ ਸਰਕਾਰ ਆਵੇ, ਤੁਸੀਂ ਤੁਹਾਨੂੰ ਸੀਐਮ ਬਣ ਕੇ ਤੁਹਾਨੂੰ ਦੇਖੀਏ ਅਸੀਂ, ਤੇ ਤੁਸੀਂ ਸਾਡੇ ਲਈ ਇਹ ਉਪਰਾਲਾ ਜ਼ਰੂਰ ਕਰੋ। ਬਾਕੀ ਬਹੁਤ ਸਾਰੇ ਮੇਰੇ ਵੱਡੇ ਵੀਰਾਂ ਨੇ ਕਿਹਾ ਉਹ ਬਿਲਕੁਲ ਰਾਈਟ ਹੈ, ਬਿਲਕੁਲ ਸਹੀ ਹੈ। ਥੈਂਕ ਯੂ। ਥੈਂਕ ਯੂ। ਆੜਤੀ ਐਸੋਸੀਏਸ਼ਨ ਵੱਲੋਂ ਆਪਣੀਆਂ ਕੁਝ ਮੁਸ਼ਕਲਾਂ ਆਪ ਜੀ ਦੇ ਸਾਹਮਣੇ ਰੱਖਾਂਗੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਉਹਨਾਂ ਨੂੰ ਬਣਾਇਆ ਹੁਣ ਤੇ ਮੈਂ ਜੀ ਆਖਦਾ, ਔਰ ਆਰਤੀ ਐਸੋਸੀਏਸ਼ਨ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ। ਸਾਡੀ ਆਰਤੀਆਂ ਨੂੰ ਬਹੁਤ ਵੱਡੀਆਂ ਜ਼ਿਆਦਾ ਪ੍ਰੋਬਲਮ ਹੈ ਜੀ। ਤੁਹਾਡੀ 10 ਸਾਲ ਦੀ ਸਰਕਾਰ ਵਿੱਚ ਤਾਂ ਅਸੀਂ ਪੂਰਾ ਨਜ਼ਾਰੇ ਵਧੀਆ ਕੰਮ ਵੀ ਹੋਇਆ। ਹੁਣ ਦੇਖ ਲਓ ਜੀ, ਇਹਨਾਂ ਨੇ ਸਾਡਾ ਆੜਤ ਘਟਾ ਕੇ 2.5% ਤੁਸੀਂ ਪਹਿਲਾਂ 2.5% ਹੀ ਘਟਾ ਕੇ 45 ਤੇ ਫਿਕਸ ਕਰਤੀ। ਜਿਹੜੀ ਲੇਬਰ ਤੇ ਪੈਸੇ ਆ ਉਹ ਵੀ ਅਸੀਂ ਆੜਤ ਐਸੋਸੀਏਸ਼ਨ ਕੋਲੋਂ ਦੇ ਰਹੇ ਹਾਂ, ਉਹ ਵੀ ਨਹੀਂ ਸਾਨੂੰ ਦੇ 19 ਤੋਂ ਲੈ ਕੇ 21 ਤੱਕ ਕੋਈ ਪੈਸਾ ਨਹੀਂ ਸਾਨੂੰ ਦਿੱਤਾ ਜੀ। ਦੂਸਰੀ ਗੱਲ ਜੀ, ਜਿਹੜਾ ਬਾਰਦਾਨਾ ਕਣਕ ਦੇ ਵਿੱਚ ਵੀ ਸਾਰਾ ਹੀ ਖਰੀਦ ਕੇ ਕੋਲੋਂ ਲਾਇਆ, ਉਹਦਾ ਪੇਮੈਂਟ ਨਹੀਂ ਹਾਲੇ ਤੱਕ ਆਈ ਜੀ। ਤੀਸਰੀ ਗੱਲ ਜੀ, ਹੁਣ ਦੇਖੋ 9 ਤਰੀਕ ਨੂੰ ਮੰਡੀਆਂ ਬੰਦ ਕਰਕੇ ਇਹ ਭੱਜ ਗਿਆ ਜੀ, ਮਾਲ ਮੰਡੀਆਂ ਵਿੱਚ ਪਿਆ, ਇਹ ਨਹੀਂ ਸਾਨੂੰ ਵਿਸ਼ਵਾਸ ਦਵਾ ਕੇ ਮਾਲ ਭਰਵਾਉਣਾ, ਪਰਚੇਜ ਪਾ ਨਹੀਂ ਰਿਹਾ ਜੀ। ਉਹ ਆੜਤੀ ਦੱਸੋ ਕਿੱਥੇ ਮਾਲ ਲੈ ਕੇ ਜਾਣਗੇ। ਜ਼ਮੀਨ ਦਾ ਰਿਕਾਰਡ ਕਰ ਲੈ ਕਹਿਤਾ, ਉਹ ਸਾਰੀਆਂ ਐਂਟਰੀਆਂ ਮਿਲੀ ਜਾਂਦੀਆਂ, ਜੇ ਫਾਰਮ ਕਿਸੇ ਦੇ ਕਿਤੇ ਬਣਦਾ, ਕਿਸੇ ਦਾ ਕਿਤੇ ਬਣਦਾ, ਉਹ ਨਹੀਂ ਸਹੀ ਪੇਮੈਂਟਾਂ ਹੋ ਰਹੀਆਂ ਜੀ। ਤੀਸਰੀ ਗੱਲ ਇਹ ਹੈ ਜੀ ਵੀ ਇਹ ਅਸੀਂ ਇਹ ਚਾਹੁੰਦੇ ਹਾਂ ਵੀ ਤੁਸੀਂ ਜਿਸ ਤਰ੍ਹਾਂ ਪਿੱਛੇ 10 ਸਾਲ ਦੇ ਵਿੱਚ ਤੁਹਾਡੇ ਰਾਜ ਦੇ ਵਿੱਚ ਮੰਡੀਆਂ ਚੱਲੀਆਂ, ਉਸੇ ਤਰ੍ਹਾਂ ਹੀ ਇਹ ਮੰਡੀਆਂ ਸਾਡੀਆਂ ਚੱਲਣ, ਤਾਂ ਜੋ ਕਿ ਅਸੀਂ ਆੜਤ ਐਸੋਸੀਏਸ਼ਨ ਬਚ ਸਕੀਏ। ਨਹੀਂ ਤਾਂ ਇਨੀ ਤਾਂ ਮੰਡੀਆਂ ਖਤਮ ਕਰ ਦੇਣੀਆਂ ਜੀ। ਆੜਤੀ ਐਸੋਸੀਏਸ਼ਨ ਵੀ ਨਹੀਂ ਖਤਮ ਕਰ ਦਿੱਤੀ, ਉਹ ਛੱਡਿਆ ਨਹੀਂ ਇਹਨਾਂ ਦੇ ਪੱਲੇ, ਐਡਾ ਭਾਰੀ ਨਹੀਂ ਨੁਕਸਾਨ ਕੀਤਾ। ਅਸੀਂ ਤੁਹਾਨੂੰ ਇਹੀ ਰਿਕੁਐਸਟ ਕਰਦੇ ਔਰ ਬੇਨਤੀ ਕਰਦੇ ਹਾਂ ਵੀ ਤੁਸੀਂ ਪਹਿਲੇ ਦੀ ਤਰ੍ਹਾਂ ਜਿੱਦਾਂ ਵੀ ਸਾਡੀ ਆੜਤ ਸੀ ਉਹ ਵੀ, ਔਰ ਸਾਡੇ ਜਿਹੜੇ ਜੇ ਫਾਰਮ ਪਹਿਲਾਂ ਬਣਦੇ ਉਸੇ ਤਰ੍ਹਾਂ। ਆ ਜ਼ਮੀਨ ਦਾ ਰਿਕਾਰਡ ਦੇ ਵਿੱਚ ਬਹੁਤ ਔਖਾ ਜੀ, ਪਹਿਲਾਂ ਤਾਂ ਜ਼ਮੀਨ ਦੀਆਂ ਐਂਟਰੀਆਂ ਨਹੀਂ ਪੂਰੀਆਂ ਹੋ ਰਹੀਆਂ ਜੀ, ਨਾ ਤਾਂ ਪੂਰੀ ਜ਼ਮੀਨ ਰੱਖਦੀ ਹੈ। ਜਿਹਦੇ ਸਰਟੀਫਿਕੇਟ ਆ ਉਹਦੇ ਉੱਥੇ ਬਿਲਾਹ ਬੋਲਦੇ 10-10 ਘਰ ਦੀ ਜ਼ਮੀਨ ਪਾਉਂਦੇ ਆ, ਕਿ ਉਹ ਦੁਆਬੇ ਦੇ ਵਿੱਚੋਂ ਜ਼ਿਆਦਾ ਕਿਸਾਨ ਲੋਕ ਜਿਹੜੇ ਆ ਉਹ ਬਾਹਰ ਗਏ ਹੋਏ ਨੇ ਫੋਰਨ ਕੰਟਰੀਆਂ ਵਿੱਚ। ਉਹਨਾਂ ਦੀ ਪ੍ਰਾਪਰਟੀ ਆ ਸਾਡੇ ਕੋਲੇ ਠੇਕੇ 'ਤੇ ਅਸੀਂ ਪਾਉਂਦੇ ਆ, ਉਹਨਾਂ ਦਾ ਰਿਕਾਰਡ ਕਰਾਉਣ ਲਈ ਸਾਨੂੰ ਉਹਨਾਂ ਬੱਚਿਆਂ ਦੇ ਬਜ਼ੁਰਗਾਂ ਤੋਂ ਬਹੁਤ ਲੰਬੀ ਲਿਸਟ ਬਣ ਜਾਂਦੀ ਹੈ। ਬੜਾ ਮੁਸ਼ਕਲ ਹੋਇਆ ਜੀ ਸੀਜ਼ਨ ਦੇ ਵਿੱਚ, ਪਰ ਫਿਰ ਵੀ ਐਂਟਰੀਆਂ ਪੂਰੀਆਂ ਨਹੀਂ ਹੋਈਆਂ, ਨਾ ਮਿਲ ਜਾਂਦੇ ਜੀ। ਹਲੇ ਤਾਂ ਮੈਨੂੰ ਲੱਗਦਾ ਪੇਮੈਂਟ ਵੀ ਰੋਕਤੀ ਸਾਰਿਆਂ ਦੀ, ਪੇਮੈਂਟ ਵੀ ਰੁਕੀ ਹੋਈ ਹੈ ਜੀ। ਮੈਂ ਹੈਰਾਨ ਹੈ ਸਰਕਾਰ ਦੇ, ਝੋਨਾ ਖੇਤਾਂ 'ਚ ਖੜਾ ਹੈ, ਮੰਡੀਆਂ ਬੰਦ ਕਰਤੀਆਂ। ਮੈਂ ਨਹੀਂ 50 ਸਾਲ ਦੀ ਹਿਸਟਰੀ 'ਚ ਮੈਂ ਨਹੀਂ ਦੇਖਿਆ ਜਗ੍ਹਾ DAP ਹੈ ਨਹੀਂ, ਇੰਤਜ਼ਾਮ ਕੀਤਾ ਨਹੀਂ ਤਾਂ ਸਰਕਾਰ 3 ਮਹੀਨੇ ਪਹਿਲੇ, ਮੈਨੂੰ ਯਾਦ ਆ ਬਾਲ ਸਾਹਿਬ 3 ਮਹੀਨੇ ਪਹਿਲੇ ਅਰੇਂਜ ਹੋ ਜਾਂਦੀ ਸੀ, ਤੇ ਇੱਥੇ ਅਰੇਂਜ ਕੀਤੀ ਨਹੀਂ, ਲਾਈਨਾਂ ਲੱਗੀਆਂ ਪਈ DAP। ਕਿਸਾਨ ਜੀ ਬੜੀ ਔਖਾ ਹੋਇਆ, ਕਣਕ ਬੀਜਣ ਤੋਂ ਹੀ ਬੜਾ DAP ਦੀ ਬੜੀ ਸਮੱਸਿਆ ਹੈ ਜੀ। ਇੱਕ ਬੋਰਾ 1200 ਦਾ ਲੈਣਾ ਤੇ 1200 ਦੇ ਨਾਲ ਦੂਸਰਾ ਕੰਪਨੀਆਂ ਸਮਾਨ ਦਿੰਦੀਆਂ, ਕੈਸ਼ ਤੇ ਪਤਾ ਕੀ ਜੀ ਸਲਫਰ ਵਗੈਰਾ ਸਾਰੀਆਂ ਦਵਾਈਆਂ ਦੀ ਜਿਹੜੀ ਲੋੜ ਵੀ ਨਹੀਂ, ਕਣਕ ਤੋਂ ਵੀ ਦੇ ਕੇ ਜ਼ਬਰਦਸਤੀ ਕਿਸਾਨ ਨੂੰ ਚੁਕਾ ਕੇ ਕਿਸਾਨ ਦਾ ਬਹੁਤ ਵੱਡਾ ਪੀੜਾ ਕਿਸਾਨ ਨੂੰ ਝੱਲਣੀ ਪਈ। ਸੋ ਆਪ ਜੀ ਨੂੰ ਆੜਤੀ ਐਸੋਸੀਏਸ਼ਨ ਨੂੰ ਇੱਥੇ ਆਉਣ ਤੇ ਜੀ ਇਹਨੂੰ, ਔਰ ਸਾਡਾ ਜਿਹੜਾ ਇਹੀ ਆ, ਜ਼ਰੂਰ ਤੁਸੀਂ ਆਉਣ ਸਮੇਂ ਵਿੱਚ ਸਰਕਾਰ ਤਾਂ ਆਪਣੀ ਬਣ ਜਾਣੀ, ਮਹਾਰਾਜ ਕਿਰਪਾ ਕਰ ਦੇਣੀ ਹੈ ਜੀ, ਤੇ ਤੁਸੀਂ ਇਸੇ ਤਰ੍ਹਾਂ ਪਹਿਲੇ ਮੰਡੀਆਂ ਚਲਾਓ। ਇੱਕ ਤੁਹਾਨੂੰ ਬੇਨਤੀ ਹੈ ਜੀ, ਜ਼ਰੂਰ ਵੱਡੇ ਬਾਲ ਸਾਹਿਬ ਨੂੰ ਜ਼ਰੂਰ ਰੈਲੀਆਂ ਦੇ ਵਿੱਚ ਲਿਆਉਣਾ ਸ਼ੁਰੂ ਕਰੋ, ਬਹੁਤ ਵੱਡੀ ਲੋਕਾਂ ਦੀ ਡਿਮਾਂਡ ਹੈ, ਉਹਨਾਂ ਤੋਂ ਵੀ ਜ਼ਰੂਰ ਥੋੜਾ ਵਾਲਾ ਜ਼ਰੂਰ ਰੈਲੀਆਂ ਕਰੋ। ਧੰਨਵਾਦ ਜੀ। ਹੋਰ ਜੀ ਕੋਈ? ਮੈਂ ਰਿਕੁਐਸਟ ਕਰਾਂਗਾ ਹੁਣ ਮੀਡੀਆ ਇੰਡਸਟਰੀ ਵੱਲੋਂ ਇੱਕ ਸਵਾਲ ਸੀ, ਇੱਕ ਡਿਮਾਂਡ ਸੀ।
ਹਾਂਜੀ ਬਾਦਲ ਸਾਹਿਬ ਸਤਿ ਸ੍ਰੀ ਅਕਾਲ ਜੀ। ਮੀਡੀਆ ਦਾ ਤੁਸੀਂ ਦੇਖ ਹੀ ਲਿਆ ਹੋਣਾ, ਅੱਜ ਤੁਸੀਂ ਆਏ ਆ ਤੇ ਤੁਹਾਡੇ ਅੱਗੇ ਅੱਗੇ ਪਹੁੰਚਣ ਲਈ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਐਕਚੁਅਲੀ ਦੱਸਾਂ ਕੀ ਹੋ ਗਿਆ, ਮਤਲਬ ਮੀਡੀਆ ਸਾਡੇ ਇਕੱਠ ਨਾਲੋਂ ਜ਼ਿਆਦਾ ਵੱਡਾ ਹੋ ਗਿਆ। ਨਹੀਂ ਅੱਜ ਇੰਨੇ ਚੈਨਲ ਇੰਨੇ ਵੈਬਸਾਈਟ ਹੋ ਗਏ, ਵੈਬ ਪੜ ਕੇ ਫਿਰ ਤੁਸੀਂ ਕਹਿਣਾ ਇਸ ਅਖਬਾਰ ਤੇ ਲੱਗੀ ਨਹੀਂ ਖਬਰ। ਮਤਲਬ ਅੱਛਾ ਅਖਬਾਰ ਵਾਲਿਆਂ ਨੂੰ ਤਾਂ ਕੋਈ ਪੁੱਛਦਾ ਨਹੀਂ, ਉਹ ਜਿਹੜੇ ਪਿਛਲੇ ਯਾਰ ਵੈਬ ਵਾਲੇ ਨਾ ਵੈਬ ਵਾਲੇ ਕਹਿੰਦੇ ਉਹ ਜ਼ਿਆਦੇ ਹੋ ਗਏ। ਦੂਸਰਾ DPRO ਜਿਹੜਾ ਦਫ਼ਤਰ ਆ ਤਹਿਸੀਲ ਪੱਧਰ ਤੇ ਸਾਡੀ ਡਿਮਾਂਡ ਹੈ ਵੀ ਫਲੋਰ ਤੇ ਖੋਲਿਆ ਜਾਵੇ, ਐਡੀਸ਼ਨਲ DPRO ਦਾ। ਤੇ ਇੱਕ ਮੈਂ ਹੋਰ ਦੱਸ ਦਿੰਦਾ, ਮੈਂ ਟਰਾਂਸਪੋਰਟਰ ਵੀ ਆ। ਤੁਸੀਂ 17 ਤਰੀਕ ਨੂੰ ਦੇਖਿਆ ਹੋਣਾ ਵੀ ਜਿਹੜੀਆਂ ਪੀੜੀਆਂ ਬੱਸਾਂ ਸਾਰੀਆਂ ਸੜਕਾਂ ਤੇ ਖੜੀਆਂ ਸੀ। ਇੱਕ ਸਕੂਲ ਦੀ ਜਿਹੜੀ ਐਵਰੇਜ ਬੱਸ ਆ ਲਗਭਗ 40 ਜਾਂ 50 ਕਿਲੋਮੀਟਰ ਚੱਲਦੀ ਹੈ ਤੇ ਉਹਦੀ ਵੀ ਮਨਿਆਦ 15 ਸਾਲ, ਤੇ ਜਿਹੜੀ ਬੱਸ 200 ਕਿਲੋਮੀਟਰ ਚੱਲਦੀ ਉਹਦੀ ਵੀ 15 ਸਾਲ। ਤੇ ਪਲੀਜ਼ ਇਹਦੇ ਜਦੋਂ ਤੁਹਾਡੀ ਸਰਕਾਰ ਆਉਂਦੀ ਆ ਤਾਂ ਜ਼ਰੂਰ ਕੋਸ਼ਿਸ਼ ਕਰੋ ਇਹਦੇ ਵਿੱਚ। ਤੁਸੀਂ ਐ ਕਰੋ ਜਦੋਂ ਬਣੀ ਗਿਆ ਜਿਵੇਂ ਸੀ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਮੈਂ ਅੱਛਾ ਬਾਦਲ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਲਕਾ ਫਲੋਰ ਦੇ ਵਿੱਚ, ਔਰ ਸਤਿ ਸ੍ਰੀ ਅਕਾਲ। ਮੀਡੀਆ ਵੱਲੋਂ ਸਵਾਲ ਹੈ, 3 ਸਵਾਲ ਨੇ, ਇੱਕ ਇੱਕ ਕਰਕੇ ਜਵਾਬ ਦੇ ਦੇਣਾ ਸਰ। ਹਾਲਾਤ ਸਾਰਿਆਂ ਦੇ ਮੰਦੇ ਨੇ, ਕੋਵਿਡ ਲੰਘ ਕੇ ਗਿਆ, ਇੰਡਸਟਰੀ ਵਾਲੇ ਵੀ ਆਪਣੀਆਂ ਸਮੱਸਿਆਵਾਂ ਦੱਸੀਆਂ, ਮਜ਼ਦੂਰ ਲੇਬਰਮੈਨ ਬੜੇ ਔਖੇ ਨੇ। ਲੋਕਾਂ ਦੇ ਮੰਨ ਲਓ ਸਰਕਾਰ ਤੁਹਾਡੀ ਬਣਦੀ ਹੈ ਤਾਂ ਉਹਨਾਂ ਦਾ ਐਜੂਕੇਸ਼ਨ ਦਾ ਕੀ ਪ੍ਰਬੰਧ ਹੈ? ਜਿਵੇਂ ਹਰ ਇੱਕ ਨੂੰ ਆਪਣੀ ਜੇਬ ਦੇ ਵਿੱਚੋਂ ਔਖੇ ਹੋ ਕੇ ਪ੍ਰਾਈਵੇਟ ਜਿਹੜੀ ਵਿੱਦਿਆ ਹੈ ਉਹ ਬੱਚਿਆਂ ਨੂੰ ਕਰਵਾਉਣੀ ਪੈ ਰਹੀ ਹੈ। ਇਹ ਮੇਰਾ ਪਹਿਲਾ ਸਵਾਲ ਹੈ। ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਤੁਹਾਡੀ ਸਰਕਾਰ ਬਣਦੀ ਹੈ ਤੇ ਲੋਕਾਂ ਲਈ ਐਜੂਕੇਸ਼ਨ ਦਾ ਕੀ ਪ੍ਰਬੰਧ ਹੋਏਗਾ? ਬੇਸਿਕਲੀ ਕੀ ਹੈ, ਪ੍ਰਾਈਵੇਟ ਕਿਉਂ ਪੜ੍ਹਾ ਰਹੇ ਹੋ ਤੁਸੀਂ? ਕਿਉਂਕਿ ਸਰਕਾਰੀ ਸਕੂਲ ਦਾ ਸਿਸਟਮ ਕੋਲੈਪਸ ਹੈ। ਕਿਉਂ ਕੋਲੈਪਸ ਹੈ? ਉਹਦਾ ਕਾਰਨ ਹੈ, ਕਿਤੇ 3 ਕਮਰਿਆਂ ਦਾ ਸਰਕਾਰੀ ਸਕੂਲ ਹੈ, ਕਿਤੇ 4 ਕਮਰਿਆਂ ਦਾ ਸਰਕਾਰੀ ਸਕੂਲ ਹੈ, ਕਿਤੇ 2 ਟੀਚਰ ਹੈ। ਕੀ ਮੈਥਸ ਦਾ ਟੀਚਰ ਜਿਓਗ੍ਰਾਫੀ ਪੜ੍ਹਾ ਸਕਦਾ ਹੈ? ਕੀ ਜਿਓਗ੍ਰਾਫੀ ਦਾ ਟੀਚਰ ਸਾਇੰਸ ਪੜ੍ਹਾ ਸਕਦਾ ਹੈ? ਇੱਥੇ ਤਾਂ ਖਾਨਾ ਪੂਰਤੀ ਕੀਤੀ ਹੈ ਕਿ 3 ਕਮਰੇ 4 ਕਮਰੇ ਦਾ ਸਕੂਲ ਹੈ, 1 ਟੀਚਰ ਹੋਊਗਾ, 2 ਟੀਚਰ ਹੋਣਗੇ, ਉਹਨਾਂ ਨੂੰ ਟਾਈਮ ਹੈ। ਇਹਦਾ ਇੱਕੋ ਇੱਕ ਇਲਾਜ ਹੈ, ਮੈਗਾ ਸਕੂਲਸ। 25,000 ਆਬਾਦੀ ਦੇ ਅੰਦਰ 5,000 ਬੱਚੇ ਦਾ ਮੈਗਾ ਸਕੂਲ, ਜਿੱਥੇ ਹਰ ਕਿਸਮ ਦੇ ਟੀਚਰ, ਉਹਦਾ ਰਹਿਣ ਦਾ ਇੰਤਜ਼ਾਮ ਵੀ ਉੱਥੇ ਹੋਵੇ, ਟੀਚਰ ਕੁਆਲਿਟੀ ਉਹਦੇ ਸਟਾਫ ਨੂੰ ਉੱਥੇ ਤਾਂ ਕੁਆਲਿਟੀ ਆਊਗੀ। ਜਿੱਥੇ ਸਾਰੀਆਂ ਲੈਬੋਰਟਰੀ ਹੋਣਗੇ, ਸਾਰੇ ਟੀਚਰ ਹੋਣਗੇ। ਐ ਨਹੀਂ ਹੈ ਕਿ ਇਕੱਲਾ 2 ਕਮਰੇ ਇੱਥੇ 3 ਕਮਰੇ ਉੱਤੇ। ਜਿੰਨਾ ਤੱਕ ਆ ਨਹੀਂ ਕਰਦੇ, ਸਰਕਾਰੀ ਸਿਸਟਮ ਇੰਪਰੂਵ ਹੋਊਗਾ, ਆਪਣੇ ਆਪ ਹੀ ਪ੍ਰਾਈਵੇਟ ਘਟੂਗਾ। ਇਹ ਬਾਦਲ ਸਾਹਿਬ ਇਹ ਤਾਂ ਸਵਾਲ ਮੇਰਾ ਸੀਗਾ ਨਾ, ਜਿਹੜਾ ਤੁਸੀਂ ਜਵਾਬ ਦੇ ਦਿੱਤਾ। ਇਹ ਤਾਂ ਸਰਕਾਰ ਨੇ ਹੱਲ ਕਰਨੇ ਸੀ, ਹਜੇ ਤੱਕ ਨਹੀਂ ਹੋ ਸਕੇ, ਅਫਸੋਸ। ਸਾਡੇ ਪੰਜਾਬ ਦੇ ਵਿੱਚ 2200 ਸਕੂਲ ਇਦਾਂ ਦਾ ਆ ਜਿੱਥੇ ਇੱਕ ਵੀ ਅਧਿਆਪਕ ਨਹੀਂ ਹੈ, ਕਲਾਸਾਂ 7ਵੀਂ ਤੱਕ ਨੇ, ਬੱਚੇ ਉੱਥੇ ਜਾਂਦੇ ਨੇ। ਉਹ ਮੰਨ ਲਓ ਸਰਕਾਰ ਤੁਹਾਡੀ ਬਣਦੀ ਹੈ, ਉਹਦੇ ਲਈ ਕੀ ਹੱਲ ਹੈ ਤੁਹਾਡੇ ਕੋਲ, ਤਾਂ ਕਿ ਲੋਕ ਜਿਹੜੇ ਆ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇ ਕੇ ਦੇਸ਼ ਦਾ ਚੰਗਾ ਨਾਗਰਿਕ ਬਣਵਾ ਸਕਣ? ਇਹ ਹਾਲੇ ਮੇਰਾ ਸਵਾਲ ਹਜੇ ਪੂਰਾ ਨਹੀਂ ਹੋਇਆ ਸੀਗਾ, ਪਲੀਜ਼ ਉਹ ਜਵਾਬ ਜ਼ਰੂਰ ਦਿੱਤਾ ਜਾਵੇ। ਅਗਲੇ 2 ਸਵਾਲ ਮੇਰੇ ਹੋਰ ਨੇ ਨਾਲ ਜੁੜਦੇ। ਪਹਿਲੇ ਮੈਂ ਕੋਲ ਅਖਬਾਰ ਕਿਹੜਾ ਯਾਰ ਤੁਹਾਡਾ? ਉਹ ਤਾਂ ਮੇਰੇ ਸਵਾਲ ਤੋਂ ਅੰਦਾਜ਼ਾ ਤੁਸੀਂ ਲਾ ਲਿਆ ਹੋਣਾ, ਨਵਾਂ ਜ਼ਮਾਨਾ। ਕਾਮਰੇ ਡੱਬਾ ਮੈਨੂੰ ਪਤਾ ਹੈ। ਚਲੋ ਮੈਂ ਦੂਜਾ ਸਵਾਲ ਸਵਾਲ ਸੀ ਮੇਰਾ। ਵੈਸੇ ਸਾਰੇ ਜਿੰਨੇ ਸੱਜਣ ਹਾਲ ਦੇ ਅੰਦਰ, ਸਾਰਿਆਂ ਦੀ ਲਾਈਫ ਦੇ ਨਾਲ ਜੁੜੇ ਹੋਏ ਨੇ, ਮੇਰੇ ਸਵਾਲ ਲਾਈਫ ਨਾਲ ਜੁੜੇ ਹੋਏ ਨੇ। ਜਿਹੜਿਆਂ ਨੇ ਵੋਟਾਂ ਪਾਉਣੀਆਂ ਜਾਂ ਜਿਨ੍ਹਾਂ ਨੇ ਨਹੀਂ ਵੀ ਪਾਉਣੀ, ਉਹਨਾਂ ਦੀ ਜ਼ਿੰਦਗੀ ਨਾਲ ਵੀ ਜੁੜੇ ਹੋਏ ਨੇ। ਕੋਵਿਡ ਦੇ ਵਿੱਚ ਸਰਕਾਰੀ ਹਸਪਤਾਲ ਤੇ ਡਿਸਪੈਂਸਰੀਆਂ ਦਾ ਬੜਾ ਹਾਲਾਤ ਮੰਦੇ ਰਹੇ ਨੇ। ਲੋਕ ਇਲਾਜ ਕਿੱਥੋਂ ਕਰਵਾਉਣ? ਲੋਕਾਂ ਨੂੰ ਜਦੋਂ ਸਿਰ ਵੀ ਦੁਖਦਾ ਤਾਂ ਪ੍ਰਾਈਵੇਟ ਹਸਪਤਾਲਾਂ ਜਾਂ ਡਿਸਪੈਂਸਰੀਆਂ ਦੇ ਵਿੱਚ ਇਲਾਜ ਕਰਵਾਉਣਾ ਪੈਂਦਾ। ਕੀ ਨੀਤੀ, ਕੀ ਪਾਲਿਸੀ ਹੋਏਗੀ ਤੁਹਾਡੀ ਸਰਕਾਰ ਬਣਦੀ ਤੇ ਸਿਹਤ ਸਹੂਲਤਾਂ ਨੂੰ ਲੈ ਕੇ? ਅਗਲਾ ਸਵਾਲ ਇੱਕ ਹੋਰ ਹੈ ਮੇਰਾ ਬਾਅਦ ਕਿਹੜਾ ਛੱਡਿਆ? ਉਹ ਤਾਂ ਤੁਸੀਂ ਕਿਸਾਨ ਯੂਨੀਅਨ ਵਾਂਗੂ ਲੱਗ ਗਏ ਕਿ 18 ਸਵਾਲ ਕਰਨੇ ਮੈਨੂੰ। ਇੱਕ ਹੋਰ ਮੈਨੂੰ ਲੱਗਦਾ
ਇਸ ਤੋਂ ਬਾਅਦ ਇੱਕ मतलब एक मिनट में एमएलए लगने का शौक है ਨਹੀਂ ਇਹ ਐਮਐਲਏ ਸਾਹਿਬ ਮੇਰੇ ਭਰਾ ਨੇ, ਵੱਡੇ ਭਰਾ ਨੇ, नहीं मैं तो टिकट कोई और जगह नहीं देता है ਮੇਰੇ ਵੱਡੇ ਭਰਾ ਨੇ। ਬੇਸਿਕਲੀ ਗੱਲ ਦੱਸਾਂ ਕਿ ਆਪਣੇ ਸਵਾਲ ਦਾ ਜਵਾਬ ਵੀ ਤੁਸੀਂ ਗੁਰੂ ਨਾਨਕ ਦੇਵ ਨਾਲ ਆਈ ਜਾਂਦਾ ਹੈ। ਮੈਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਆ ਤਾਂ ਹੋਊਗਾ ਜੇ ਤੁਸੀਂ ਮੈਗਾ ਸਕੂਲ ਬਣਾਓਗੇ 5000 ਬੱਚੇ ਦੇ। ਕਿਉਂ ਮੈਂ ਕਹਿੰਦਾ ਜਿੱਥੇ ਪੂਰਾ ਇਨਫਰਾਸਟ੍ਰਕਚਰ ਸਾਰੀ ਇੱਕ ਸਕੂਲ ਸਾਰਾ ਕੁਝ ਹੋਵੇ। ਤੁਸੀਂ ਘਰ ਘਰ ਜਿਹੜੇ ਮੁਹੱਲਿਆਂ ਦੇ ਸਕੂਲ ਆ 2000 ਦਾ ਨਾਂ ਲਿੱਤਾ 2000 ਸਕੂਲ ਦੀ ਜਗ੍ਹਾ ਤੁਸੀਂ ਉਹਦੇ ਉਨੇ ਹੀ ਬੱਚੇ 100 ਸਕੂਲਾਂ ਚ ਆ ਜਾਣਗੇ ਤੇ 100 ਸਕੂਲਾਂ ਚ ਉਨੇ ਹੀ ਘੱਟ ਟੀਚਰ 2000 ਤੋਂ ਘੱਟ ਟੀਚਰ ਲੱਗਣਗੇ, ਘੱਟ ਕਾਸਟ ਹੋਊਗੀ, ਬੈਟਰ ਇਕਵਿਪਮੈਂਟ ਹੋਊਗੀ ਮੈਗਾ ਸਕੂਲ ਦੀ। ਉਵੇਂ ਹੀ ਜਿਹੜਾ ਮੈਡੀਕਲ ਸਿਸਟਮ ਕੋਲੈਪਸ ਕਿਉਂ ਕਰ ਗਿਆ? ਕਿਉਂਕਿ ਸਰਕਾਰੀ ਹਸਪਤਾਲ ਦੇ ਇਕਵਿਪਮੈਂਟ ਹੀ ਹੈ ਨਹੀਂ ਤੇ ਡਾਕਟਰ ਹੀ ਹੈ ਨਹੀਂ। ਹੁਣ ਇਹਦਾ ਇਲਾਜ ਕੀ ਹੈ? ਇੱਕੋ ਇੱਕ ਇਲਾਜ ਹੈ, ਤੁਸੀਂ ਹਰ ਡਿਸਟ੍ਰਿਕਟ 'ਚ ਇੱਕ ਮੈਡੀਕਲ ਕਾਲਜ ਖੋਲੋ। ਉਹਦਾ ਰੀਜ਼ਨ ਕੀ ਹੈ? ਹਰ ਮੈਡੀਕਲ ਕਾਲਜ ਦਾ ਮਿਨੀਮਮ 500 ਬੈੱਡ ਦਾ ਹਸਪੀਟਲ ਚਾਹੀਦਾ ਉਹਦੇ ਵਾਸਤੇ, ਮੈਡੀਕਲ ਕਾਲਜ ਵਾਸਤੇ। ਸੋ 500 ਬੈੱਡ ਦਾ ਤੁਹਾਡੇ ਹਸਪੀਟਲ ਆ ਜਾਊਗਾ। ਉਹਦੇ ਸਾਰੇ ਮੈਡੀਕਲ ਕਾਲਜ ਦੇ ਰੇਟ ਗਵਰਨਮੈਂਟ ਰੇਟ ਹੈ, ਫ੍ਰੀ ਹੁੰਦੇ ਕਿਉਂਕਿ ਐਜੂਕੇਸ਼ਨ ਇੰਸਟੀਟਿਊਟ ਹੈ, ਕਿਉਂਕਿ ਮੈਡੀਕਲ ਕਾਲਜ ਹੈ, ਸਟੂਡੈਂਟਸ ਹੈ, ਸਾਰੇ ਡਾਕਟਰ ਹੋਣਗੇ ਉੱਥੇ ਟ੍ਰੇਨ ਕਰਨ ਵਾਸਤੇ, ਸਾਰੀ ਇਕਵਿਪਮੈਂਟ ਹੋਊਗੀ ਤੇ ਤੁਹਾਨੂੰ ਆਟੋਮੈਟਿਕਲੀ ਆ ਤੁਹਾਡਾ ਸਿਸਟਮ ਠੀਕ ਹੁੰਦਾ ਹੈ। ਜਿਹੜੇ ਲੋਕਾਂ ਆਪਾਂ ਦੇਖਿਆ ਨਹੀਂ, ਆਪਾਂ ਨਾਲੇ ਤੁਸੀਂ ਡਾਕਟਰ ਕ੍ਰੀਏਟ ਕਰੋਗੇ, ਮੈਡੀਕਲ ਫੈਸਿਲਿਟੀ ਕ੍ਰੀਏਟ ਕਰੋਗੇ, ਕਿਉਂਕਿ ਇੱਕ ਮੈਡੀਕਲ ਕਾਲਜ ਨੂੰ ਅਪਰੂਵ ਹਰ ਸਾਲ ਉਹਦੀ ਰੀਵੈਲੀਡੇਸ਼ਨ ਹੁੰਦੀ ਹੈ ਕਿ ਉਹਦੇ ਕੋਲ ਇਕਵਿਪਮੈਂਟ ਹੈ, ਉਹਦੇ ਕੋਲ ਡਾਕਟਰ ਹੈ, ਸਾਰਾ ਮੈਡੀਕਲ ਐਸੋਸੀਏਸ਼ਨ ਹੁੰਦੀ ਹੈ। ਸੋ ਜੇ ਆਪਾਂ ਮੇਰਾ ਪਲਾਨ ਹੀ ਹੈ ਕਿ 22-23 ਮੈਡੀਕਲ ਕਾਲਜਸ ਖੋਲ ਦਿਓ, ਡਾਕਟਰ ਵੀ ਕ੍ਰੀਏਟ ਹੋਣਗੇ ਤੇ ਜਿੰਨੇ ਮੈਡੀਕਲ ਕਾਲਜ ਹੈ, ਜਿੰਨੇ ਪ੍ਰਾਈਵੇਟ ਯੂਨੀਵਰਸਿਟੀਜ਼ ਹੈ, 30% ਸੀਟਾਂ ਮੈਂ ਕੱਲੇ ਗਵਰਨਮੈਂਟ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਕੀਤੀਆਂ ਜਾਣਗੀਆਂ ਇਹਨਾਂ 'ਚ। ਤੇ ਉਹ ਜਿਹੜੀ ਸੀਟਾਂ ਹੈ ਉਹ ਦਿਲ ਵੀ ਪੇਡ ਫॉर ਬਾਈ ਦ ਗਵਰਨਮੈਂਟ, ਫ੍ਰੀ ਹੋਊਗੀ ਪੜ੍ਹਾਈ। ਪੂਅਰ ਮੈਨ ਸ਼ੁੱਡ ਬਿਕਮ ਅ ਡਾਕਟਰ, ਉਹ ਮੈਂ ਤੁਹਾਨੂੰ ਅੱਜ ਗਾਰੰਟੀ ਦਿੰਦਾ। ਤੇ ਆਖਰੀ ਸਵਾਲ ਤੋਂ ਪਹਿਲਾਂ ਇੱਕ ਜਿਵੇਂ ਭਾਈ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਪਿਤਾ ਜੀ ਨੂੰ ਵੀ ਨਾਲ ਲਿਆ, ਉਹ ਨਾਲ ਹਸੂ ਵੀ ਲੈਂਦੇ, ਵਧੀਆ ਰੌਣਕ ਜੀ ਲੱਗ ਜਾਂਦੀ, ਜ਼ਰੂਰ ਲਿਆਇਆ ਕਰੋ ਵੱਡੇ ਬਾਦਲ ਸਾਹਿਬ ਉਹਨਾਂ ਨੂੰ। ਆਖਰੀ ਸਵਾਲ ਮੇਰਾ, ਜਿਵੇਂ ਇੰਡਸਟਰੀਲਿਸਟ ਵੀ ਬੈਠਾ, ਦੁਕਾਨਦਾਰ, ਆੜਤੀਆ, ਸਾਰੇ ਇੱਥੇ ਬੱਚੇ ਰਹਿਣਾ ਹੀ ਨਹੀਂ ਚਾਹੁੰਦੇ, ਬੜੀ ਚਿੰਤਾ ਦਾ ਵਿਸ਼ਾ ਹੈ। ਮਾਪਿਆਂ ਨੇ ਬੜੇ ਔਖੇ ਹੋ ਕੇ ਕਰਜ਼ੇ ਚੱਕ ਕੇ ਡਿਗਰੀਆਂ, ਡਿਪਲੋਮੇ, ਮਾਸਟਰ ਡਿਗਰੀਆਂ ਕਰਵਾਈਆਂ, ਘਰ ਬੱਚੇ ਪੜ੍ਹੇ ਲਿਖੇ ਨੇ। ਕੀ ਕਾਰਨ ਹੈ ਕਿ ਉਹਨਾਂ ਦੇ ਲਈ ਰੋਜ਼ਗਾਰ ਦੇ ਪ੍ਰਬੰਧ ਹਜੇ ਤੱਕ ਨਹੀਂ ਹੋ ਸਕੇ? ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲ ਕੀ ਇਦਾਂ ਦੀ ਪਲਾਨ, ਮੰਨ ਲਓ ਸਰਕਾਰ ਬਣਦੀ ਹੈ ਤਾਂ ਕੀ ਲੋਕਾਂ ਦੇ ਰੋਜ਼ਗਾਰ ਦੇ ਲਈ ਕੋਈ ਨਾ ਕੋਈ ਹੱਲ ਕੱਢ ਸਕੋ ਜਿਹਦੇ ਨਾਲ ਸਾਡੇ ਬੱਚਿਆਂ ਦਾ ਪੰਜਾਬ ਦੇ ਨਾਲ ਮੋਹ ਬਣ ਸਕੇ ਤੇ ਇੱਥੋਂ ਤੰਗ ਹੋ ਕੇ ਇੱਥੋਂ ਦੌੜਨ ਨਾ। ਜੇ ਕਿਸੇ ਦਾ ਇੱਕ ਵੀ ਬੱਚਾ, ਕਿਸੇ ਦੀ ਇੱਕ ਧੀ ਵੀ ਹੈ, ਉਹ ਵੀ ਇਸ ਦੇਸ਼ ਨੂੰ, ਸੂਬੇ ਨੂੰ ਛੱਡ ਕੇ ਵਿਦੇਸ਼ ਨੂੰ ਜਾਣਾ ਚਾਹੁੰਦਾ, ਉਹ ਕੱਲੇ ਦੇ ਘਰ ਦੀ ਕਹਾਣੀਆਂ, ਇਹ ਬੜੇ ਦੁੱਖ ਦੀ ਗੱਲ ਹੈ। ਆਪ ਜੀ ਵੀ ਇਸ ਸੂਬੇ ਦੇ ਮਾਲਕ ਹੋ, ਅਸੀਂ ਤੁਹਾਨੂੰ ਆਸ ਕਰਦੇ ਹਾਂ ਕਿ ਤੁਸੀਂ ਮੁੱਖ ਮੰਤਰੀ ਬਣੋ। ਉਹਦੇ ਲਈ ਕੀ ਤੁਹਾਡੇ ਕੋਲ ਹੱਲ ਹੋਏਗਾ, ਕੀ ਤੁਸੀਂ ਸ਼ੋਰਟੀ ਦਿੰਦੇ ਹੋ? ਆ ਪੱਗੇ ਦੁਆਬੇ ਨੇ ਪਾਏ ਆ, ਆ ਜਿਹੜੀ ਕੋਠੀਆਂ ਪਾਈਆਂ ਨਾ, ਭਾਵੇਂ ਉੱਥੇ ਭਾਂਡੇ ਮਾਂਜ ਕੇ ਪਾਈਆਂ ਹੋਣ, ਇੱਥੇ ਦਿਖਾਉਂਦੇ ਯਾਰ ਏਡੀ ਵੱਡੀ ਕੋਠੀ ਪੈ ਗਈ ਉਹਨਾਂ ਦੇ ਉੱਥੇ ਜਾ ਕੇ 15 20 ਘੰਟੇ ਕੰਮ ਕਰਦੇ ਆ। ਆਈ ਬੱਚੇ ਜਿਹੜੇ ਇੱਥੇ ਆਰਾਮ ਨਾਲ ਮੋਟਰਸਾਈਕਲਾਂ ਤੇ ਸੈਰ ਕਰਦੇ ਆ, ਇੱਥੇ ਉੱਥੇ ਇਹ ਜਿਹਾ ਮਾਹੌਲ ਦਿਖਾ ਦਿੱਤਾ ਲੋਕਾਂ ਨੂੰ ਸੁਪਨੇ। ਅੱਛਾ, ਜਿਹੜਾ ਫਸ ਜਾਂਦਾ ਉੱਥੇ ਹੈ, ਉਹ ਵਾਪਸ ਨਹੀਂ ਆ ਸਕਦਾ ਕਿਉਂਕਿ ਉਹਦੀ ਇੱਜ਼ਤ ਦਾ ਸਵਾਲ ਹੋ ਗਿਆ। ਉੱਥੇ ਜੋ ਹਾਲਾਤ ਦੇਖੇ, ਲੜਕੀਆਂ 5-5 6-6 ਬੇਸਮੈਂਟਾਂ 'ਚ ਰਹਿ ਕੇ ਇਹ ਜਿਹੀਆਂ ਛੋਟੇ ਕੰਮ ਕਰਦੇ ਆ। ਇੱਥੇ ਸੁਪਨਾ ਦਿਖਾਉਣ ਵਾਲੇ ਇੱਥੇ ਆਪਣਾ ਨਾ ਆਪਣੇ ਪੰਜਾਬੀਆਂ 'ਚ ਇੱਕ ਭੇਡ ਚਾਲ ਹੈ, ਜਿਹਦੇ ਮਗਰ ਲੱਗ ਜਾਣ ਉਸੇ ਟਾਈਪ ਦੇ ਲੱਗ ਜਾਂਦੇ ਆ। ਤੇ ਆ ਪਹਿਲੀ ਗੱਲ, ਕੋਈ ਬੁਰਾ ਨਹੀਂ ਹੈ ਜੇ ਆਪਣੇ ਬੱਚੇ ਦੁਨੀਆ ਜਾ ਕੇ ਕੰਮ ਕਰਨ। ਦੁਨੀਆ ਹੁਣ ਇੱਕ ਹੋ ਗਈ ਹੈ। ਜੇ ਅੱਜ ਜਿੰਨੇ ਆਏ ਸਭ ਤੁਸੀਂ ਤਾਂ ਗਰੀਬ ਦੀ ਗੱਲ ਕਰਦੇ ਹੋ, ਜਿਨ੍ਹਾਂ ਕੋਲ ਸਭ ਤੋਂ ਵੱਧ ਪੈਸਾ ਉਹ ਵੀ ਬਾਹਰ ਕਿਉਂ ਕਰਦੇ ਆ? ਕਿਉਂਕਿ ਇੰਟਰਨੈਸ਼ਨਲ ਐਕਸਪੋਜ਼ਰ ਹੈ। ਚਾਈਨਾ ਤੇ ਸਾਰੇ ਮੁਲਕਾਂ ਦੇ ਵਿੱਚ ਆ ਜਿੰਨਾ ਯੂਰਪ ਹੈ, ਅਗਲੇ 15 ਸਾਲ 20 ਸਾਲਾਂ ਬਾਅਦ ਆ ਜਿਵੇਂ ਆਪਾਂ ਕਾਰਾਂ ਇੰਪੋਰਟ ਕਰਦੇ ਨਾ, ਆਪਾਂ ਚੀਜ਼ਾਂ ਇੰਪੋਰਟ ਕਰਦੇ ਬਾਹਰੋਂ, ਆ ਮੁਲਕ ਕਿਉਂਕਿ ਉਹਨਾਂ ਦੀ ਪੋਪੂਲੇਸ਼ਨ
올ਡ ਪੋਪੂਲੇਸ਼ਨ ਇੰਨੀ ਵੱਧ ਗਈ, ਯੰਗ ਪੋਪੂਲੇਸ਼ਨ ਤੱਕ ਹੈ ਹੀ ਨਹੀਂ। ਮੈਨ ਪਾਵਰ ਇੰਪੋਰਟ ਕਰਨੀ ਆ, ਜਿਵੇਂ ਹੁਣ ਕੈਨੇਡਾ ਤੁਹਾਨੂੰ ਕਹਿ ਰਿਹਾ ਭੱਜ ਕੇ ਆਓ, ਕਿਉਂ ਬੁਲਾ ਰਿਹਾ? ਐ ਨਹੀਂ ਬੁਲਾ ਰਿਹਾ ਕਿ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਕੰਮ ਕਰਨ ਵਾਲੇ ਕੋਈ ਹੈ ਨਹੀਂ ਉੱਥੇ। ਉਹ ਐਡਾ ਵੱਡਾ ਦੇਸ਼ ਹੈ, ਉਹਨਾਂ ਨੂੰ ਇਕਨੋਮੀ ਨੂੰ ਡਿਵੈਲਪ ਕਰਨ ਵਾਲਾ ਕੋਈ ਨਹੀਂ ਹੈ। ਜੇ ਆਪਣੇ ਲੋਕ ਜਾਣਗੇ ਫਾਇਦਾ ਕੀ ਹੈ? ਆਪਣੇ ਪੰਜਾਬ ਦਾ ਤੇ ਦੇਸ਼ ਦਾ। ਸਭ ਤੋਂ ਜੇ ਜਾਣਗੇ ਉੱਥੇ ਪੈਸੇ ਕਮਾਉਣਗੇ। ਤੁਸੀਂ ਦੇਖੋ ਕੈਨੇਡਾ 'ਚ ਹੁਣ ਤੁਹਾਡੇ ਮੰਤਰੀ ਤੁਹਾਡੇ ਬੰਦੇ ਆ, ਤੁਹਾਡੇ ਆਪਣੇ ਬੰਦਾ ਕੰਟਰੋਲ ਕਿੰਨਾ ਹੋ ਗਿਆ। ਕਿੰਨੀ ਪਾਵਰ ਇੰਡੀਆ ਦੀ ਵੱਧ ਗਈ ਕੈਨੇਡਾ 'ਚ, ਕਿੰਨੀ ਪਾਵਰ ਵੱਧ ਗਈ ਆਪਣੇ ਇੰਗਲੈਂਡ 'ਚ, ਕਿੰਨੀ ਪਾਵਰ ਹੁਣ ਨਿਊਜ਼ੀਲੈਂਡ ਆਸਟ੍ਰੇਲੀਆ ਵੱਧ ਗਈ। ਹੁਣ ਜਿਹੜਾ ਪ੍ਰਾਈਮ ਮਿਨਿਸਟਰ ਕੈਨੇਡਾ ਦਾ ਹੁੰਦਾ ਹੈ, ਦਿੱਲੀ ਉਤਰਨ ਤੋਂ ਪਹਿਲੇ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ, ਪਹਿਲਾਂ ਦੇਖਣ ਜਾਂਦਾ ਹੁੰਦਾ ਸੀ, ਵੋਟਾਂ ਕਰਕੇ, ਆਪਣੀ ਤਾਕਤ ਕਰਕੇ। ਸੋ ਜੇ ਬੱਚੇ ਦੁਨੀਆ 'ਚ ਜਾ ਕੇ ਕਮਾ ਕੇ ਆਪਣਾ ਪੈਰ ਖੜਾ ਕਰ, ਫੈਮਿਲੀ ਨੂੰ ਵਧਾ ਸਕਣ, ਕੋਈ ਗਲਤ ਨਹੀਂ ਹੈ। ਸਭ ਤੋਂ ਵੱਡੀ ਫੋਰਨ ਐਕਸਚੇਂਜ ਅਰਨਿੰਗ ਇੰਡੀਆ 'ਚ ਸਭ ਤੋਂ ਜ਼ਿਆਦਾ NRI ਰੀਪੈਟਰੀਏਸ਼ਨ ਹੈ ਹਿੰਦੁਸਤਾਨ 'ਚ ਇਨਕਮ। ਪਾਕਿਸਤਾਨ ਵੀ ਸਰਵਾਈਵ ਐ ਕਰਦਾ ਹੈ। ਸੋ ਆਪਣੀ ਕਈ ਲੋਕ ਤਾਂ ਜਿਵੇਂ ਚਾਈਨਾ ਕੋਈ ਸੀਮੈਂਟ ਐਕਸਪੋਰਟ ਕਰਦਾ, ਕਾਰਾਂ ਐਕਸਪੋਰਟ ਕਰਦਾ ਹੈ, ਇੰਡੀਆ ਕੋਲੇ ਮੈਨ ਪਾਵਰ ਐਕਸਪੋਰਟ ਦੀ ਬਹੁਤ ਵੱਡਾ ਪੋਟੈਂਸ਼ੀਅਲ ਹੈ। ਆਪਾਂ ਇਹਨੂੰ ਗਲਤ ਨਾ ਸਮਝੀਏ, ਆਪਾਂ ਗਲਤ ਲੈ ਲੈਂਦੇ ਹਾਂ। ਬਾਦਲ ਸਾਹਿਬ ਇਦਾਂ ਨਹੀਂ ਹੈ ਕਿ ਇੱਥੋਂ ਚਾਹ ਦੇ ਨਾਲ ਆਖਰੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ। ਸਾਰਿਆਂ ਨੂੰ ਬੇਨਤੀ ਹੈ